ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹਿਲ ਪਹਿਲਾ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ। ਜਿੱਥੇ ਮਿਲੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ, ਨਾਹੀ ਗੱਲੀ ਵਾਓ ਦੁਆਓ। ਇੱਕ ਆਵੈ ਇੱਕ ਜਾਹੇ ਉਠ, ਰਖੀਐ ਨਾਮ ਸਲਾਰ। ਇੱਕ ਉਪਾਏ ਮੰਗਤੇ, ਇੱਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ। ਭੈ ਤੇਰੇ ਡਰ ਅਗਲਾ, ਖਪ ਖਪ ਛਿਜੈ ਦੇਹ। ਨਾਮ ਜਿਨਾ ਸੁਲਤਾਨ ਖਾਨ, ਹੁੰਦੇ ਡਿਠੇ ਖੇਹ। ਨਾਨਕ ਉੱਠੀ ਚੱਲਿਆ, ਸਭ ਕੂੜੈ ਟੁੱਟੈ ਨੇਹ। ਭੈ ਤੇਰੇ ਡਰ ਅਗਲਾ, ਖਪ ਖਪ ਛਿਜੈ ਦੇਹ। ਨਾਮ ਜਿਨਾ ਸੁਲਤਾਨ ਖਾਨ, ਹੁੰਦੇ ਡਿਠੇ ਖੇਹ। ਨਾਨਕ ਉੱਠੀ ਚੱਲਿਆ, ਸਭ ਕੂੜੈ ਟੁੱਟੈ ਨੇਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ,
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਆਪਾਂ ਮਾਤਾ ਹਰਬੰਸ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਕੱਤਰ ਹੋ ਰਹੇ ਹਾਂ। ਆਪ ਜੀ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਜੀ ਦੀ ਗੋਦ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ ਉਸੇ ਇਕਾਗਰਤਾ ਨੂੰ ਬਰਕਰਾਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪਿਆਰ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬੀ ਹੁਕਮ ਦੇ ਅਨੁਸਾਰ ਮਾਤਾ ਹਰਬੰਸ ਕੌਰ ਜੀ ਜੋ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ, ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ। ਆਓ ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚੋਂ ਸਿੱਖਿਆ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਮਨਾਂ ਦੀ ਇਕਾਗਰਤਾ ਬਣਾਉਣ ਦੇ ਲਈ ਗੁਰਬਾਣੀ ਦਾ ਸ਼ਬਦ ਪੜ੍ਹ ਲਈਏ, ਕਿਉਂਕਿ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਫਿਰ ਸਾਨੂੰ ਭਾਣਾ ਮੰਨਣ ਦਾ ਬਲ ਉਦਮ ਵੀ ਬਖਸ਼ਦੇ ਨੇ। ਸੋ ਸਾਰੀਆਂ ਮਾਤਾਵਾਂ ਭੈਣਾਂ ਨੇ, ਵੀਰਾਂ ਨੇ, ਬਜ਼ੁਰਗਾਂ ਨੇ ਰਲ ਕੇ ਹਾਜ਼ਰੀ ਲਵਾਉਣੀ ਹੈ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਜਿਹਾ ਚੀਰੀ ਲਿਖਿਆ, ਜਿਹਾ ਚੀਰੀ ਲਿਖਿਆ, ਜਿਹਾ ਚੀਰੀ ਲਿਖਿਆ, ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ, ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ, ਕੱਲੇ ਆਵਹਿ ਨਾਨਕਾ, ਕੱਲੇ ਆਵਹਿ ਨਾਨਕਾ, ਕੱਲੇ ਆਵਹਿ ਨਾਨਕਾ, ਸੱਦੇ ਉੱਠੀ ਜਾਹੇ, ਸੱਦੇ ਉੱਠੀ ਜਾਹੇ, ਸੱਦੇ ਉੱਠੀ ਜਾਹੇ, ਸੱਦੇ ਉੱਠੀ ਜਾਹੇ, ਸਤਿਗੁਰੂ ਜੀ ਸਮਝਾਉਂਦੇ ਨੇ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ, ਸੱਦੇ ਉੱਠੀ ਜਾਹੇ। ਮਾਲਕ ਜੀ ਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਉਹਦਾ ਹੁਕਮ ਹੋਇਆ, ਅਸੀਂ ਦੁਨੀਆ ਵਿੱਚ ਆਏ ਹਾਂ। ਜਦੋਂ ਉਹਦਾ ਹੁਕਮ ਹੁੰਦਾ ਅਸੀਂ ਚਲੇ ਜਾਂਦੇ ਹਾਂ। ਬਹਾਨਾ ਕੋਈ ਵੀ ਬਣ ਸਕਦਾ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਈਏ। ਭਾਣੇ ਵਿੱਚ ਹੀ ਬੰਦਾ ਆਉਂਦਾ ਹੈ ਤੇ ਭਾਣੇ ਵਿੱਚ ਹੀ ਚਲਿਆ ਜਾਂਦਾ ਹੈ। ਜਦੋਂ ਆਪਾਂ ਦੁਨੀਆ ਵਿੱਚ ਆਉਂਦੇ ਹਾਂ, ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਪੁੱਤ ਕਿਸੇ ਚੀਜ਼ ਨੂੰ ਪ੍ਰਾਪਤ ਕਰ ਲੈਣਾ ਇਹ ਇੱਕ ਵੱਖਰੀ ਗੱਲ ਹੈ, ਪਰ ਉਸ ਪ੍ਰਾਪਤ ਚੀਜ਼ ਨੂੰ ਸਫਲਾ ਕਰ ਲੈਣਾ ਇਹ ਇੱਕ ਵੱਖਰਾ ਵਿਸ਼ਾ ਹੈ। ਹੁਣ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਆਪਣੇ ਸਾਰਿਆਂ ਦੇ ਕੋਲ ਇੱਕ ਬੜੀ ਕੀਮਤੀ ਚੀਜ਼ ਹੈ ਜੋ ਸਾਨੂੰ ਪ੍ਰਾਪਤ ਹੋਈ ਆ। ਮਾਨਸ ਦੇਹੀ, ਮਨੁੱਖਾ ਦੇਹੀ ਬੜੀ ਕੀਮਤੀ ਹੈ।
ਇਹ ਆਪਾਂ ਕਿਸੇ ਦੁਕਾਨ ਤੋਂ ਖਰੀਦ ਕੇ ਨਹੀਂ ਲੈ ਕੇ ਆਏ, ਇਹ ਆਪਾਂ ਨੂੰ ਪ੍ਰਾਪਤ ਹੋਈ। ਆਪਾਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਅਸੀਂ ਖਰੀਦੀ ਨਹੀਂ, ਇਹ ਸਾਨੂੰ ਪ੍ਰਾਪਤ ਹੋਈ ਆ। ਹੁਣ ਪ੍ਰਾਪਤ ਤੇ ਹੋ ਗਈ, ਤੇ ਸਤਿਗੁਰੂ ਜੀ ਤਾਂ ਇੱਥੋਂ ਤੱਕ ਦੱਸਦੇ ਨੇ, ਪੁੱਤ ਇਹ ਜਿਹੜੀ ਮਾਨਸ ਦੇਹੀ ਤੈਨੂੰ ਪ੍ਰਾਪਤ ਹੋਈ ਆ ਨਾ, ਦੇਹਾਂ ਤੇ ਹੋਰ ਵੀ ਬਥੇਰੀਆਂ ਨੇ। ਪਸ਼ੂਆਂ ਕੋਲ ਵੀ ਤੇ ਇੱਕ ਦੇਹੀ ਆ ਨਾ, ਪੰਛੀਆਂ ਕੋਲ ਵੀ ਦੇਹੀ ਹੈ, ਪਰ ਸਾਰੀਆਂ ਦੇਹਾਂ ਦੇ ਵਿੱਚੋਂ ਜਿਹੜੀ ਮਾਨਸ ਦੇਹੀ ਆ ਨਾ, ਇਹ ਉੱਤਮ ਹੈ। ਇਹ ਸਰਦਾਰੀ ਦੀ ਜੂਨ ਹੈ। ਅਵਰ ਜੂਨ ਤੇਰੀ ਪਨਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਇਹ ਵੱਡੀ ਏ, ਇਹਨੂੰ ਉੱਤਮ ਮੰਨਿਆ ਗਿਆ। ਹੁਣ ਇਹਨੂੰ ਸਭ ਤੋਂ ਵੱਡੀ, ਸਭ ਤੋਂ ਉੱਤਮ ਕਿਉਂ ਗਿਣਿਆ ਜਾਂਦਾ ਹੈ? ਇਹ ਨਹੀਂ ਕਿ ਇਹ ਬਹੁਤ ਤੇਜ਼ ਦੌੜਦੀ ਆ, ਇਹਦੇ ਨਾਲੋਂ ਕਿਤੇ ਜ਼ਿਆਦਾ ਤੇਜ਼ ਦੌੜਨ ਵਾਲੇ ਜਾਨਵਰ ਵੀ ਹੈਗੇ ਨੇ। ਇਸ ਕਰਕੇ ਇਹਨੂੰ ਵੱਡੀ ਨਹੀਂ ਮੰਨਿਆ ਗਿਆ ਕਿ ਇਹਦੇ ਵਿੱਚ ਤਾਕਤ ਬਹੁਤ ਹੈ। ਹਾਥੀ ਵਰਗੇ ਬੜੇ ਜਾਨਵਰ ਨੇ ਜਿਨ੍ਹਾਂ ਵਿੱਚ ਇਸ ਦੇਹੀ ਤੋਂ ਵੀ ਕਿਤੇ ਵੱਧ ਕੇ ਤਾਕਤ ਹੈ। ਹੁਣ ਇਹਨੂੰ ਵੱਡੀ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਹੋਰ ਦੇਹਾਂ ਦੇ ਕੋਲ ਉਹ ਦਿਮਾਗ ਨਹੀਂ ਹੈ ਜਿਹੜਾ ਦਿਮਾਗ ਇਸ ਮਾਨਸ ਦੇਹੀ ਦੇ ਵਿੱਚ ਹੈ। ਠੀਕ ਹੈ, ਅਸੀਂ ਤੇਜ਼ ਦੌੜ ਨਹੀਂ ਸਕਦੇ, ਪਰ ਇੱਦਾਂ ਦੇ ਸਾਧਨ ਇਸ ਦਿਮਾਗ ਦੀ ਵਰਤੋਂ ਕਰਕੇ ਬਣਾ ਸਕਦੇ ਹਾਂ ਜੋ ਸਭ ਤੋਂ ਤੇਜ਼ ਦੌੜਨ। ਤੇ ਦੂਸਰੀ ਗੱਲ ਜੋ ਜਿਹਦੇ ਕਰਕੇ ਇਹਨੂੰ ਵੱਡੀ ਮੰਨਿਆ ਜਾਂਦਾ ਹੈ, ਮਾਨਸ ਦੇਹੀ ਦੇ ਕਰਕੇ ਅਸੀਂ ਆਪਣੇ ਮਾਲਕ ਦੀ ਗੋਦ ਵਿੱਚ ਬੈਠ ਸਕਦੇ ਹਾਂ। ਹੋਰ ਦੇਹਾਂ ਦੀ ਵਰਤੋਂ ਕਰਕੇ ਹੋਰ ਦੇਹਾਂ ਦੇ ਵਿੱਚ ਰੱਬੀ ਗੋਦ ਨਹੀਂ ਮਿਲ ਸਕਦੀ। ਕੇਵਲ ਤੇ ਕੇਵਲ ਮਨੁੱਖਾ ਜਨਮ ਹੈ, ਮਾਨਸ ਦੇਹੀ ਆ, ਜਿਹਦੇ ਕਰਕੇ ਅਸੀਂ ਆਪਣੇ ਪਰਮਾਤਮਾ ਦੀ ਗੋਦ ਵਿੱਚ ਬੈਠ ਸਕਦੇ ਹਾਂ। ਹੁਣ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਗਿਆਨ ਬਖਸ਼ਿਆ। ਪੁੱਤ ਇਹ ਬੜੀ ਕੀਮਤੀ ਦੇਹ ਮਿਲੀ ਆ ਤੈਨੂੰ, ਇਹਦੀ ਕੀਮਤ ਨੂੰ ਸਮਝ ਵੇਖ। ਅੱਖਾਂ ਦੇ ਸਾਹਮਣੇ ਕਿੰਨੇ ਚਲੇ ਗਏ ਨੇ। ਇੱਕ ਦਿਨ ਇਹ ਦਿਨ ਤੇਰੀ ਜ਼ਿੰਦਗੀ ਵਿੱਚ ਵੀ ਆਉਣਾ ਹੈ। ਅੱਜ ਆਪਾਂ ਸਿੱਖਿਆ ਲੈ ਕੇ ਜਾਈਏ। ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਊਪਰ ਮਰਨਾ। ਸੰਗੀ ਸਾਥੀ ਜਾ ਰਹੇ ਨੇ, ਪਤਾ ਨਹੀਂ ਕਿੰਨੀਆਂ ਕਦੇ ਕਾਨੀ ਲੱਗੇ ਆ, ਕਿੰਨੀਆਂ ਕਦੀਆਂ ਅੰਤਮ ਅਰਦਾਸਾਂ ਵਿੱਚ ਹੱਥ ਜੋੜੇ ਨੇ। ਸਿੱਖਿਆ ਵੀ ਲੈ ਲਈਏ ਵੀ ਅੱਜ ਤੇ ਮਾਤਾ ਹਰਬੰਸ ਕੌਰ ਜੀ ਦਾ ਭੋਗ ਹੈ। ਅੰਤਮ ਅਰਦਾਸ ਹੈ। ਅੰਤਮ ਦਾ ਅਰਥ ਹੁੰਦਾ ਆਖਰੀ, ਆਖਰੀ ਅਰਦਾਸ। ਤੇ ਇੱਕ ਦਿਨ ਸਾਡੇ ਜੀਵਨ 'ਚ ਵੀ ਇਹ ਦਿਨ ਆਉਣਾ ਹੈ। ਬੜਾ ਕੀਮਤੀ ਜਨਮ ਪ੍ਰਾਪਤ ਹੋਇਆ, ਸਾਨੂੰ ਇਹਨੂੰ ਸਫਲਾ ਕਰ ਲਈਏ। ਇਹ ਕਿੰਨੀ ਕੀਮਤੀ ਹੈ ਦੇਹ ਦੀ। ਇੱਕ ਉਦਾਹਰਨ ਦੇ ਰਾਹੀਂ ਆਪਾਂ ਸਿੱਖਿਆ ਲੈ ਲਈਏ, ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਏ। ਕਹਿੰਦੇ ਇੱਕ ਪਿਤਾ ਬੜਾ ਹੀ ਅਮੀਰ ਹੈ, ਬੜੀ ਜ਼ਮੀਨ ਜਾਇਦਾਦ ਹੈ ਕੋਲ, ਬੜਾ ਧਨ ਜੋੜਿਆ ਹੋਇਆ ਹੈ। ਉਹਦਾ ਪੋਤਾ ਕਿ ਉਹਨੂੰ ਕਹਿੰਦਾ, ਪਿਤਾ ਜੀ ਮੇਰੀ ਇੱਕ ਇੱਛਾ ਹੈ, ਤੁਸੀਂ ਪੂਰੀ ਕਰ ਦਿਓਗੇ? ਇੱਕ ਤਮੰਨਾ ਹੈ, ਇੱਕ ਤਾਂਘ ਹੈ ਮੇਰੇ ਦਿਲ ਦੇ ਅੰਦਰ। ਮੈਂ ਚਾਹੁੰਦਾ ਮੇਰਾ ਪਿਤਾ ਉਸ ਤਾਂਘ ਨੂੰ, ਉਸ ਇੱਛਾ ਨੂੰ ਪੂਰੀ ਕਰ ਦੇਵੇ। ਤੇ ਅੱਗੋਂ ਪਿਤਾ ਕਹਿੰਦੇ, ਪੁੱਤ ਆ ਸਾਰਾ ਕੁਝ ਜਿੰਨਾ ਵੀ ਮੈਂ ਬਣਾਇਆ ਹੈ ਨਾ, ਤੇਰੇ ਲਈ ਤੇ ਬਣਾਇਆ ਹੈ। ਇਹ ਜਿੰਨਾ ਧਨ ਦੌਲਤ ਮੈਂ ਜੋੜ ਕੇ ਰੱਖੀ ਹੈ, ਸਭ ਕੁਝ ਤੇਰਾ ਤੇ ਹੈ। ਤੂੰ ਦੱਸ ਤੈਨੂੰ ਕੀ ਚਾਹੀਦਾ, ਮੈਂ ਹੁਣੇ ਉਹ ਚੀਜ਼ ਹਾਜ਼ਰ ਕਰ ਦੇਵਾਂਗਾ। ਜਿਹੜੀ ਵੀ ਇੱਛਾ ਹੈ ਮੈਨੂੰ ਖੁੱਲ੍ਹ ਕੇ ਦੱਸ, ਮੈਂ ਹੁਣੇ ਪੂਰੀ ਕਰਾਂਗਾ। ਹੁਣ ਉਹ ਪਿਤਾ ਨੂੰ ਫਿਰ ਕਹਿੰਦੇ, ਉਹ ਵੀਰ
पिता जी मेरी इच्छा है, इच्छा दसण लगदा है, हजे इन्ना ही कि इच्छा है, किहड़ी इच्छा है, ये दसण तो पहला ही उस वीर दे सवास पूरे हो जाते ने, वो चढ़ाई कर जाता है। हुण पिता दे अंदर उमंग उठदी है, मेरा पुत मैनूं दस जांदा, उहदी इच्छा की सी मैं पूरी कर दिंदा। वो अपने पुत नूं लैके बड़े हॉस्पिटल विच पहुंचे है, क्योंकि पैसे बहुत ने, मैं इलाज करा लवां अपने बच्चे दा। जाके डॉक्टर दा जिहड़ा टेबल सी उहनूं पैसिਆਂ नाल भर दिता, नाल खाली चैक फड़ाई जांदा है, तुहानूं जिन्नी रकम चाहिदी है तुसीं इस चैक दे उत्ते लिख लो, मेरी बहुत वड्डियां नाल उठनी बैठनी आ, जे होर पैसे चाहिए ने मैं उन्हां तो भी मंग के लिया दिना, बस ये बदले विच मेरे बच्चे विच 2-3 सवास पा दिओ, मैं ये तो पुछना चाहुंदा इहदी इच्छा की सी, मैं अपने पुत की इच्छा तो पूरी कर सकां, इहदे च 2-3 सवास पा दिओ। ते डॉक्टर की कहिंदे, भलिया भावें सारी दुनिया की दौलत लिया के तू मेरे सामने रख दे, उस सारी दौलत दे बदले भी मैं तेरे बच्चे विच एक भी सवास नहीं पा सकदा। वेखो किन्ना कीमती है एक सवास, जिन्हों लखां करोड़ां अरबां नाल भी खरीदिया नहीं जा सकदा। कोई करोड़पति होवे, कोई अरबपति होवे, वो सवास मुल नहीं खरीद सकदा। ते मेरे मालिक जी शुकराना करिए, सानू इन्ने कीमती सवास जिन्हों अरबां करोड़ां नाल भी खरीदिया नहीं जा सकदा, फ्री विच दे रहे ने। किन्ने फ्री च मिल रहे ने सवास, ते हुण अपना भी फर्ज बनदा है, ये सवास मिल रहे ने, इन्हां सवासां नाल आपां की करना है? सतगुरु जी दसदे ने की करना है सवासां दे नाल। सास सास सिमरो गोविंद, हरेक साह दे नाल तू गोविंद नूं चेते करिया कर। जेते सास गिरास मुख लेता, तेते ही गुण गाइए। जिन्ने साह आ रहे ने, जिन्नियां गराहियां अंदर लैके जा रहे हैं, हरेक गराही दे नाल, हरेक साह दे नाल सानू मालक चेते आउणा चाहिए, जिन्हें एडा कीमती जन्म सानू बख्शिया है। यही गल धन गुरु नानक साहिब जी समझाउंदे ने, पुत कीमती जन्म ते तैनूं प्राप्त हो गया, हुण तू इनू सफला भी कर। सफला किवें होएगा? श्री राग दे विच सतगुरु जी आवाज़ मार के आखदे ने, जिस शब्द का पाठ आपां शुरुआत विच सरवण कीता है, ये पावन शब्द गुरु ग्रंथ साहिब महाराज जी दे पावन अंक 16 उपर सबाईमान है। रहाओ वाला बंद है, बाबा ए लेखा लिख जान, जिथे लेखा मंगीए तिथे होए सच्चा निशान। रहाओ, जिथे रहाओ लिखिया जावे उहदा अर्थ हुंदा है ठहराओ, ठहर जाओ, रुक जाओ, विचार करो। उन्हां पंक्तियां दे आले दुआले सारा शब्द घुमदा हुंदा जिथे रहाओ लिखिया हुंदा है। रहाओ दे बंद विच ही पूरे शब्द का केंद्री भाव हुंदा है। आओ पहलां आपां रहाओ दे बंद नूं समझदे हां। सिख धर्म दे बानी गुरु नानक साहिब जी समझाउंदे ने, पुत तैनूं मनुखा जन्म मिले, तू मौत नूं नहीं रोक सकदा, ये लाजमी आउणी आ। मरण लिखाए मंडल मैं आए। अज आपां इत्थे आए आ, मता किते भुलेखा होवे मन दे विच भी अज असी माता हरबंस कौर जी दे परिवार नूं धीरज दे के जावांगे, हौसला देवांगे। नहीं,
कोई मनुख किसी मनुख नूं हौसला नहीं दे सकदा, आपां धीरज नहीं दे सकते किसी नूं। ताई ते गुरु बाबा जी ने आखिया है ना, पुत जदों कोई चढ़ाई कर जाए तो की रोवे, किनू रो के हौसला देवे, दिलासा देवे। अवर मुए क्या रोईए, जो आपा थिर ना रहाए। कहंदे दूजे दी मौत उत्ते रो के तां हौसला देवां, तां दिलासा देवां जे मैं सदा रहना होवे। मेरा ते अपना मिनट दा पता नहीं, सवास आया तां बंदे आ, जे ना आया तां मिट्टी दी ढेरी आ। हम आदमी हाँ एकदमी, दम आ रहा सवास आ रहा तां आदमी आ, जे ना आया तो मिट्टी दी ढेरी आ। सो आपां किसी नूं दिलासा नहीं दे सकते, दिलासा केवल गुरु दी बाणी दे सकदी आ। जो सदा रहने वाले आ ना सतगुरु जी, वो सानू हौसला दिंदे ने। ज्यों मंदिर को थामै थम्मन, त्यों गुर का शब्द मनै अस्थम्मन। कहंदे जिवें छत नूं पिलरां दा सहारा हुंदा है, इसे तरह साडे मन नूं शब्द दा सहारा हुंदा है। सो ताई ते जदों अंतिम अरदास हुंदी आ ना, उत्थे शब्द दी विचार हुंदी आ, क्योंकि शब्द दा सहारा है। शब्द नूं गाया जांदा है, शब्द नूं विचारिया जांदा है, बाणी नूं पढ़िया जांदा है, सहज पाठ कराया जांदा है, क्योंकि शब्द दा सहारा है। शब्द ही सानू ज्ञान दिंदा है। सतगुरु जी समझाउंदे ने, पुत जिहदी अंतिम अरदास विच आए वेख उते चलिया गया, ओदी ते बारी आ गई, तेरी भी वारी आउणी आ। ਉਹ ਬਾਰੀ ਆਉਣ ਤੋਂ ਪਹਿਲਾਂ ਤੂੰ ਲੇਖਾ ਲਿਖਣਾ ਸ਼ੁਰੂ ਕਰ ਦੇ। ਬਾਬਾ ਇਹ ਲੇਖਾ ਲਿਖ ਜਾਣ। ਲਿਖ ਜਾਣ ਦਾ ਅਰਥ ਹੈ ਲਿਖਣ ਦੀ ਜਾਂਚ ਸਿੱਖ। ਤੂੰ ਲੇਖਾ ਲਿਖਣਾ ਸਿੱਖ ਲਾ। ਕਿੱਦਾਂ ਦਾ ਲੇਖਾ ਲਿਖਣਾ? जिथे लेखा मंगीए तिथे होए सच्चा निशान। जिथे भी लेखा मंगिया जाता है, जदों भी तैथों लेखा पुछया जाए ना, तो इदां दा लेखा लिखना सिख। इदां दा लेखा लिखी कि उथे तेरा लेखा प्रवान हो जाए। निशान, निशान का अर्थ है प्रवाना कह लईए, राहदारी कह लईए। जिथे लेखा मंगी है तिथे होए सच्चा निशान। मौत आउण तो पहला तू इदां दा लेखा लिखिया कर कि वो लेखा प्रवान होना चाहिए। ते हुण इदां दा लेखा लिखिया किवें जाए जिहड़ा प्रवान हो जावे, जिहड़ा मालक दी हजूरी च कबूल हो जाए। कहा जाए धर्म राए दर कागद फारे, जन नानक लेखा समझा। किवें साडे पापां दा कागज पाड़िया जाए, कुकर्मां दा कागज पाड़िया जाए, ये लेखा किमें लिखिया जाएगा? धन गुरु नानक साहिब जी पहले बंद विच तरीका भी दसदे ने। सोहना लेखा लिखिया किमें जांदा है, प्रवान होने वाला लेखा किमें आपां लिख सकदे हां। सतगुरु जी पहले बंद विच फरमान करदे ने, जाल मोह घस मस कर, मत कागद कर सार, पाओ कलम कर चित लिखारी, गुर पुछ लिख विचार, लिख नाम सलाह लिख, लिख अंत न पारावार। धन गुरु नानक साहिब जी
ਸਿੱਖਿਆ ਦੇ ਰਹੇ ਨੇ। ਸਭ ਤੋਂ ਪਹਿਲਾਂ ਆਪਾਂ ਕੰਮ ਕੀ ਕਰਨਾ ਹੈ? ਜਾਲ ਮੋਹ। ਜਾਲ ਦਾ ਅਰਥ ਹੈ ਸਾੜ ਦੇਣਾ, ਸਵਾਹ ਕਰ ਦੇਣਾ, ਰਾਖ ਬਣਾ ਦੇਣਾ। ਜਾਲ ਮੋਹ, ਮੋਹ ਨੂੰ ਸਾੜ ਦੇ। ਜੇ ਸੋਹਣਾ ਲੇਖਾ ਲਿਖਣਾ ਹੈ ਨਾ, ਤੇਰੇ ਜੀਵਨ ਵਿੱਚੋਂ ਮੋਹ ਖਤਮ ਹੋਣਾ ਚਾਹੀਦਾ ਹੈ। ਜਾਲ ਮੋਹ ਘਸ ਮਸ ਕਰ। ਮਸ ਕਹਿੰਦੇ ਨੇ ਸਿਆਹੀ ਨੂੰ। ਹੁਣ ਲੇਖਾ ਲਿਖਣ ਦੇ ਲਈ ਸਭ ਤੋਂ ਪਹਿਲਾਂ ਤੇ ਸਿਆਹੀ ਚਾਹੀਦੀ ਆ। ਹੁਣ ਸਿਆਹੀ ਆਪਾਂ ਕਾਹਦੀ ਬਣਾਉਣੀ ਆ? ਮੋਹ ਨੂੰ ਸਾੜ ਕੇ ਮਚਾ ਕੇ ਇਹਦੀ ਸਿਆਹੀ ਤਿਆਰ ਕਰਨੀ ਆ। ਸਾਡੇ ਅੰਦਰ ਮੋਹ ਨਹੀਂ ਹੋਣਾ ਚਾਹੀਦਾ। ਜਦੋਂ ਬੰਦੇ ਅੰਦਰ ਮੋਹ ਹੁੰਦਾ ਹੀ ਨਾ, ਇਹ ਕੇਵਲ ਤੇ ਕੇਵਲ ਆਪਣੇ ਪਰਿਵਾਰ ਤੱਕ ਸੀਮਤ ਹੁੰਦਾ ਹੈ। ਇਹ ਆਪਣੇ ਪਰਿਵਾਰ ਬਾਰੇ, ਆਪਣੇ ਬੱਚਿਆਂ ਬਾਰੇ ਸੋਚਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਜਦੋਂ ਇਹਦੇ ਅੰਦਰ ਮੋਹ, ਇਹ ਦੂਜਿਆਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਬੁਰਕੀ ਕੱਢ ਲੈਂਦਾ, ਆਪਣੀ ਔਲਾਦ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ। ਹੁਣ ਅਸੀਂ ਇਸ ਮੋਹ ਨੂੰ ਸਾੜ ਦੇਣਾ। ਮੋਹ ਨੂੰ ਸਾੜ ਕੇ ਅੰਦਰ ਪਿਆਰ ਪੈਦਾ ਕਰਨਾ। ਜਿੱਥੇ ਪਿਆਰ ਆ ਜਾਏ ਨਾ, ਫਿਰ ਬੰਦਾ ਪੂਰੀ ਮਨੁੱਖਤਾ ਬਾਰੇ ਸੋਚਦਾ ਹੈ। ਜੇ ਕਸੂਰ ਆਪਣੀ ਔਲਾਦ ਦਾ ਹੈ ਨਾ, ਫਿਰ ਉਹ ਗਲਤੀ ਵੀ ਆਪਣੀ ਔਲਾਦ ਵਿੱਚ ਹੀ ਕੱਢਦਾ। ਤੇ ਜੇ ਅੰਦਰ ਮੋਹ ਹੈ, ਪਤਾ ਹੋਵੇ ਵੀ ਕਸੂਰ ਮੇਰੇ ਬੱਚੇ ਦਾ, ਇਹ ਮੋਹ ਕਦੇ ਵੀ ਕਸੂਰ ਆਪਣੇ ਬੱਚੇ 'ਚ ਕੱਢਣੀ ਨਹੀਂ ਦੇਗਾ, ਇਹ ਗਲਤੀ ਨਹੀਂ ਕੱਢਣ ਦੇਗਾ। ਅੰਦਰ ਪਿਆਰ ਪੈਦਾ ਹੋਵੇ। ਧੰਨ ਗੁਰੂ ਨਾਨਕ ਸਾਹਿਬ ਜੀ ਮੋਹ ਦਾ ਤਿਆਗ ਕਰਕੇ 4 ਉਦਾਸੀਆਂ ਤੇ ਗਏ ਨੇ। ਸਾਰੀ ਮਨੁੱਖਤਾ ਨੂੰ ਉਹਨਾਂ ਨੇ ਆਪਣਾ ਪਰਿਵਾਰ ਸਮਝਿਆ। ਦੂਸਰਿਆਂ ਦੇ ਬੱਚਿਆਂ ਨੂੰ ਵੀ ਸਹੀ ਰਸਤਾ ਦਿਖਾਉਣ ਵਾਸਤੇ ਗਏ ਨੇ। ਇਹੀ ਗੱਲ ਸਾਨੂੰ ਸਮਝਾਈ ਜਾ ਰਹੀ ਹੈ, ਪੁੱਤ ਪਹਿਲਾਂ ਤੇ ਮੋਹ ਨੂੰ ਸਾੜ। ਮੋਹ ਤੈਨੂੰ ਚੰਗੇ ਕਰਮ ਨਹੀਂ ਕਰਨ ਦਿੰਦਾ। ਮੋਹ ਤੇ ਤੈਨੂੰ ਸਿਰਫ ਤੇ ਸਿਰਫ ਆਪਣੇ ਤੱਕ ਹੀ ਸੀਮਤ ਕਰ ਲੈਂਦਾ। ਮੋਹ ਦੀ ਸਿਆਹੀ ਚਾਹੀਦੀ ਆ ਸੋਹਣਾ ਲੇਖਾ ਲਿਖਣ ਦੇ ਲਈ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਮਤ ਦਾ ਕਾਗਜ਼ ਚਾਹੀਦਾ। ਸਾਰੇ ਦਾ ਅਰਥ ਹੈ ਸ੍ਰੇਸ਼ਟ ਕਹਿ ਲਈਏ, ਉੱਤਮ ਕਹਿ ਲਈਏ। ਲੇਖਾ ਲਿਖਣ ਦੇ ਲਈ ਮਤ ਹੀ ਸਭ ਤੋਂ ਉੱਤਮ ਕਾਗਜ਼ ਹੈ। ਮਤ ਦੇ ਉੱਤੇ ਮੋਹ ਰੂਪੀ ਸਿਆਹੀ ਦੇ ਨਾਲ ਤੂੰ ਲਿਖਣਾ ਸ਼ੁਰੂ ਕਰ। ਹੁਣ ਲਿਖਣ ਦੇ ਲਈ ਕਲਮ ਵੀ ਚਾਹੀਦੀ ਆ। ਫਿਰ ਅੱਗੇ ਸਮਝਾਉਂਦੇ ਨੇ, ਭਾਓ ਕਲਮ ਕਰ, ਪ੍ਰੇਮ ਦੀ ਕਲਮ ਬਣਾ ਲਾ। ਚਿੱਤ ਲਿਖਾਰੀ, ਚਿੱਤ ਨੂੰ ਤੂੰ ਲਿਖਾਰੀ ਬਣਾ, ਲਿਖਣ ਵਾਲਾ। ਚਿੱਤ ਰੂਪੀ ਲਿਖਾਰੀ ਦੇ ਨਾਲ ਮੋਹ ਰੂਪੀ ਕਲਮ ਫੜ ਕੇ ਤੂੰ ਲਿਖਣਾ ਸ਼ੁਰੂ ਕਰ ਦੇ। ਤੇ ਲਿਖਣਾ ਕੀ ਹੈ? ਗੁਰ ਪੁੱਛ ਲਿਖ ਵਿਚਾਰ। ਗੁਰੂ ਨੂੰ ਪੁੱਛ। ਜੋ ਕੁਝ ਗੁਰੂ ਕਹਿੰਦਾ ਤੂੰ ਚਿੱਤ ਰੂਪੀ ਲਿਖਾਰੀ ਦੇ ਨਾਲ ਮਤ ਰੂਪੀ ਕਾਗਜ਼ ਤੇ ਲਿਖੀ ਜਾਈ। ਜਿਵੇਂ ਜਿਵੇਂ ਗੁਰੂ ਜੀ ਕਹਿੰਦੇ ਨੇ ਉਹ ਕੁਝ ਲਿਖੀ ਜਾਈ। ਤੇ ਗੁਰੂ ਜੀ ਕੀ ਕਹਿੰਦੇ ਨੇ ਲਿਖਣ ਨੂੰ? ਸਤਿਗੁਰੂ ਜੀ ਦੇ ਕੋਲ ਬੈਠਾਂਗੇ, ਪੁੱਛਾਂਗੇ, ਸਤਿਗੁਰੂ ਜੀ ਅਸੀਂ ਲੇਖਾ ਲਿਖਣਾ, ਸੋਹਣੇ ਲੇਖ ਨੂੰ ਲਿਖਣਾ ਹੈ ਅਸੀਂ, ਕਿਉਂਕਿ ਅਸੀਂ ਆਪਣਾ ਲੇਖਾ ਆਪ ਲਿਖਦੇ ਹਾਂ। ਤਾਂ ਹੀ ਤੇ ਬਾਬਾ ਫਰੀਦ ਜੀ ਨੇ ਕਿਹਾ ਹੈ ਨਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ। ਜੇ ਤੂੰ ਬਹੁਤੀ ਬਰੀਕ ਅਕਲ ਰੱਖਣ ਵਾਲਾ ਹੈ, ਫਿਰ ਕਾਲੇ ਲੇਖ ਕਿਉਂ ਲਿਖਦਾ? ਸੋਹਣੇ ਲੇਖ ਕਿਉਂ ਨਹੀਂ ਲਿਖਦਾ ਜਿਹੜੇ ਪ੍ਰਵਾਨ ਹੋ ਜਾਣ?
ਹੁਣ ਸੋਹਣੇ ਲੇਖ ਤੇ ਗੁਰੂ ਲਿਖਾਏਗਾ ਨਾ, ਗੁਰੂ ਨੂੰ ਪੁੱਛੀਏ ਗੁਰੂ ਜੀ ਦੱਸੋ ਅਸੀਂ ਕਿਹੜੇ ਲੇਖ ਲਿਖੀਏ। ਫਿਰ ਸਤਿਗੁਰੂ ਜੀ ਦੱਸਦੇ ਨੇ ਵੀ ਲਿਖ, ਕੀ ਲਿਖਣਾ? ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਸਭ ਤੋਂ ਪਹਿਲਾਂ ਤੇ ਤੂੰ ਨਾਮ ਲਿਖ ਲਾ ਮਤ ਰੂਪੀ ਕਾਗਜ਼ ਤੇ। ਨਾਮ ਦਾ ਅਰਥ ਹੋਂਦ। ਹਰੇਕ ਜਗ੍ਹਾ ਤੇ ਇੱਦਾਂ ਮਹਿਸੂਸ ਕਰਕੇ ਮੇਰਾ ਮਾਲਕ ਮੈਨੂੰ ਵੇਖਦਾ। ਹਰੇਕ ਜਗ੍ਹਾ ਤੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਂ। ਮਾਲਕ ਤੋਂ ਬਿਨਾ ਕੋਈ ਥਾਂ ਨਹੀਂ ਹੈ, ਘੱਟ ਘੱਟ ਵਿੱਚ ਉਹ ਵਸਿਆ ਹੋਏ। ਜਿਹੜਾ ਵੀ ਤੂੰ ਕੰਮ ਕਰਦਾ ਨਾ ਉਹ ਵੇਖ ਰਿਹਾ ਤੈਨੂੰ ਕਰਦੇ ਨੂੰ। ਪਹਿਲਾਂ ਤੇ ਆਪਣੇ ਮਤ ਰੂਪੀ ਕਾਗਜ਼ ਤੇ ਨਾਮ ਲਿਖ, ਮਾਲਕ ਦੀ ਹੋਂਦ ਲਿਖ। ਦੂਜਾ ਬਾਣੀ ਨੂੰ ਵੀ ਨਾਮ ਕਹਿੰਦੇ ਨੇ, ਬਾਣੀ ਵੀ ਸ਼ਬਦ ਵੀ ਤੂੰ ਲਿਖੀ ਜਾਇਆ ਕਰ ਅੰਦਰ। ਲਿਖ ਨਾਮ ਸਲਾਹ ਲਿਖ। ਫਿਰ ਦੂਸਰੇ ਨੰਬਰ ਤੇ ਮਾਲਕ ਦੀ ਸਿਫਤ ਸਲਾਹ ਲਿਖ, ਉਹਦੀ ਵਡਿਆਈ ਕਰਿਆ ਕਰ। ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਪਰਮਾਤਮਾ ਜੀ ਨੂੰ ਕੋਈ ਭੁੱਖ ਹੈ ਵੀ ਕੋਈ ਉਹਦੀ ਵਡਿਆਈ ਕਰੇ? ਆਪਾਂ ਕਿਸੇ ਦਾ ਕੋਈ ਕੰਮ ਕਰਾ ਦਈਏ ਨਾ, ਅੰਦਰ ਤਮਾ ਹੁੰਦੀ ਆ ਵੀ ਸਾਡੀ ਕੋਈ ਤਾਰੀਫ ਕਰੇ, ਵਡਿਆਈ ਕਰੇ, ਪ੍ਰਸ਼ੰਸਾ ਕਰੇ। ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਪੁੱਤ ਮਾਲਕ ਨੂੰ ਕੋਈ ਤਮਾ ਨਹੀਂ ਹੈ ਕਿ ਕੋਈ ਉਹਦੀ ਵਡਿਆਈ ਕਰੇ, ਉਹਦੀ ਕੋਈ ਸਲਾਹ ਕਰੇ। ਜਪਜੀ ਸਾਹਿਬ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਸਮਝਾਇਆ ਗਿਆ ਮਾਲਕ ਦੀ ਬਖਸ਼ਿਸ਼ ਤੇ ਬਹੁਤ ਵੱਡੀ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਹਿੰਦੇ ਹੈਗਾ ਤੇ ਬਹੁਤ ਵੱਡਾ ਹੈ, ਬਖਸ਼ਿਸ਼ ਵੀ ਵੱਡੀ ਆ, ਪਰ ਉਹਨੂੰ ਤਮਾ ਨਹੀਂ ਕਿ ਕੋਈ ਉਹਦੀ ਵਡਿਆਈ ਕਰੇ। ਹੁਣ ਜਦੋਂ ਆਪਾਂ ਜਪਜੀ ਸਾਹਿਬ ਨੂੰ ਪੜ੍ਹਦੇ ਹਾਂ, ਸ਼੍ਰੀ ਰਾਗ ਨੂੰ ਪੜ੍ਹਦੇ ਹਾਂ, ਕਿਤੇ ਨਾ ਕਿਤੇ ਸਵਾਲ ਆ ਜਾਂਦਾ ਹੈ ਵੀ ਨਾਲੇ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਰੱਬ ਨੂੰ ਤਮਾ ਨਹੀਂ, ਨਾਲੇ ਆਪ ਹੀ ਕਹਿੰਦੇ ਨੇ ਤੂੰ ਲੇਖੇ 'ਚ ਉਹਦੀ ਸਲਾਹ ਲਿਖਿਆ ਕਰ। ਲਿਖ ਨਾਮ ਸਲਾਹ ਲਿਖ, ਉਹਦੀ ਵਡਿਆਈ ਲਿਖ, ਉਹਦੀ ਸਿਫਤ ਸਲਾਹ ਕਰ। ਇਹ ਕਿਉਂ ਕਿਹਾ ਗਿਆ? ਚੇਤੇ ਰੱਖੀਏ, ਸਾਡੇ ਵਡਿਆਈ ਕਰਨ ਦੇ ਨਾਲ ਨਾ ਤੇ ਮਾਲਕ ਘਟ ਜਾਂਦਾ ਨਾ ਵੱਧ ਜਾਂਦਾ। ਜੇ ਅਸੀਂ ਉਹਨੂੰ ਮਾੜਾ ਕਹਾਂਗੇ ਉਹਨੇ ਘਟਣਾ ਨਹੀਂ, ਜੇ ਉਹਦੀ ਵਡਿਆਈ ਕਰਾਂਗੇ ਉਹਨੇ ਵਧਣਾ ਨਹੀਂ। ਇਹ ਵਡਿਆਈ ਅਸੀਂ ਮਾਲਕ ਲਈ ਨਹੀਂ ਕਰਦੇ, ਅਸੀਂ ਆਪਣੇ ਆਪ ਲਈ ਕਰਦੇ ਹਾਂ। ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਉਣ ਦੇ ਲਈ, ਜਿਹੜੇ ਸਾਨੂੰ ਸੋਹਣਾ ਲੇਖਾ ਨਹੀਂ ਲਿਖਣ ਦਿੰਦੇ। ਏਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ। ਮਾਲਕ ਨੂੰ ਤਮਾ ਨਹੀਂ ਹੈ, ਪਰ ਅਸੀਂ ਵਡਿਆਈ ਕਰਨੀ ਹੈ, ਕਿਉਂਕਿ ਜਦੋਂ ਉਹਦੀ ਵਡਿਆਈ ਕਰਦੇ ਹਾਂ, ਉਹਦੀ ਵਡਿਆਈ ਕਰਦਿਆਂ ਉਹਦੇ ਗੁਣ ਸਾਡੇ ਵਿੱਚ ਵੀ ਆਉਣ ਲੱਗ ਜਾਂਦੇ ਨੇ। ਉਹ ਨਿਰਭਉ ਹੈ, ਉਹ ਨਿਰਵੈਰ ਹੈ। ਅਸੀਂ ਵੀ ਨਿਰਭਉ ਨਿਰਵੈਰ ਹੋਣ ਲੱਗ ਜਾਂਦੇ ਹਾਂ, ਬੈਰ ਰਹਿਤ ਹੋ ਜਾਂਦੇ ਹਾਂ। ਅਸੀਂ ਆਪਣੇ ਬਚਾਓ ਲਈ, ਸਾਡਾ ਜਨਮ ਸਫਲਾ ਹੋਏ, ਇਸ ਕਰਕੇ ਵਡਿਆਈ ਕਰਨੀ ਆ। ਤਾਂ ਹੀ ਤੇ ਗੁਰੂ ਪਿਤਾ ਜੀ ਆਖਦੇ ਨੇ, ਪੁੱਤ ਸਲਾਹ ਵੀ ਲਿਖਿਆ ਕਰ, ਸਿਫਤ ਸਲਾਹ, ਉਹਦੀ ਵਡਿਆਈ, ਉਹਦੀ ਕੀਰਤੀ ਗਾਇਆ ਕਰ। ਮਤ ਰੂਪੀ ਕਾਗਜ਼ ਤੇ ਲਿਖੇਗਾ ਤਾਂ ਹੀ ਗਾਏਗਾ। ਤਾਂ ਹੀ ਤੇ ਆਵਾਜ਼ ਮਾਰੀ ਆ ਨਾ, ਆਓ ਪੜ੍ਹ ਲਈਏ। ਗਾਓ ਮੇਰੀ ਰਸਨਾ, ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਆਵਾਜ਼ ਮਾਰ ਕੇ ਆਖਿਆ, ਪੁੱਤ ਉਹਦੀ ਵਡਿਆਈ ਕਰ, ਉਹਦੀ ਕੀਰਤੀ ਕਰ। ਫਿਰ ਅੱਗੇ ਲਿਖਦੇ ਨੇ,
ਹੁਣ ਜਦੋਂ ਲੇਖਾ ਲਿਖਣ ਲੱਗ ਗਏ, ਨਾਮ ਵੀ ਲਿਖ ਲਿਆ, ਕੀਰਤੀ ਵੀ ਲਿਖ ਲਈ, ਹੁਣ ਅੱਗੇ ਕੀ ਲਿਖਣਾ ਹੈ? ਲਿਖ ਅੰਤ ਨਾ ਪਾਰਾਵਾਰ। ਇਹ ਗੱਲ ਵੀ ਲਿਖ ਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਗੁਰੂ ਸਾਹਿਬ ਜੀ ਕਿਉਂ ਲਿਖਾ ਰਹੇ ਨੇ ਇਹ ਗੱਲ? ਕੀ ਲਿਖਣ ਦੀ ਲੋੜ ਹੈ? ਕਿਉਂਕਿ ਬਹੁਤੀ ਦੁਨੀਆ ਹੈ ਜੋ ਆਪਣਾ ਮਨੁੱਖਾ ਜਨਮ ਦਾ ਸਮਾਂ ਇਸੇ ਗੱਲ ਵਿੱਚ ਬਰਬਾਦ ਕਰਕੇ ਚਲੀ ਜਾਂਦੀ ਹੈ ਵੀ ਇਹ ਧਰਤੀ ਕਿਵੇਂ ਬਣੀ, ਕਦੋਂ ਬਣੀ, ਕਿਹਨੇ ਬਣਾਈ ਹੈ, ਪਹਿਲਾਂ ਕੌਣ ਆਇਆ ਸੀ, ਪਹਿਲਾਂ ਕਿਸ ਚੀਜ਼ ਦਾ ਜਨਮ ਹੋਇਆ। ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਪੁੱਤ ਜਿਹਨੇ ਬਣਾਈ ਆ ਨਾ ਉਹ ਆਪੇ ਜਾਣਦਾ। ਤੇਰਾ ਕਰਮ ਇਹ ਜਾਣਨਾ ਨਹੀਂ, ਤੇਰਾ ਕਰਮ ਹੈ ਚੰਗੇ ਕਰਮ ਕਰਕੇ ਜਾਣਾ ਇਸ ਧਰਤੀ ਤੇ। ਤੂੰ ਆਇਆ ਹੈ, ਸਮਾਂ ਮਿਲੇ, ਤੂੰ ਸਮਾਂ ਬਰਬਾਦ ਨਾ ਕਰੀ। ਵੱਡੇ ਵੱਡੇ ਸੈਮੀਨਾਰ ਰੱਖੇ ਜਾ ਰਹੇ ਨੇ, ਅਸੀਂ ਅੰਤ ਲੱਭਣੇ, ਧਰਤੀ ਕਦੋਂ ਬਣੀ ਸੀ, ਉਸ ਅਖੀਰਲੇ ਕਣ ਤੱਕ ਪਹੁੰਚਣਾ। ਇਹ ਤੇ ਉਹ ਹਾਲਤ ਹੋ ਗਈ ਜਿਵੇਂ ਕੋਈ ਬੱਚਾ ਪੇਪਰ ਦੇਣ ਵਾਸਤੇ ਗਏ, 3 ਘੰਟੇ ਦਾ ਸਮਾਂ ਮਿਲਿਆ, ਹੋਣਾ ਤੇ ਇਹ ਚਾਹੀਦਾ ਸੀ 3 ਘੰਟੇ ਵਿੱਚ ਉਹ ਪੂਰਾ ਧਿਆਨ ਲਾਉਂਦਾ ਪੇਪਰ ਨੂੰ ਹੱਲ ਕਰਨ ਵਾਲੇ ਪਾਸੇ, ਪਰ ਹੋ ਗਿਆ ਉਲਟ। ਉੱਤਰ ਲਿਖਣੇ ਸ਼ੁਰੂ ਨਹੀਂ ਕੀਤੇ, ਆਨਸਰ ਨਹੀਂ ਲਿਖ ਰਿਹਾ। ਧਿਆਨ ਕਿੱਥੇ ਹੈ? ਪੇਪਰ ਕਿਹਨੇ ਬਣਾਇਆ, ਕਦੋਂ ਬਣਿਆ ਸੀ, ਕਿਹੜੀ ਟੀਚਰ ਕਿਹੜੀ ਮੈਡਮ ਨੇ ਲਿਖੇ, ਇਹ ਕਾਗਜ਼ ਕਿਹੜੀ ਮਿੱਲ 'ਚੋਂ ਬਣ ਕੇ ਆਏ, ਇਹ ਪੈਨ ਕਿਹਨੇ ਬਣਾਏ, ਹੋਰ ਹੀ ਪਾਸੇ ਸਮਾਂ ਬਰਬਾਦ ਕਰ ਦਿੱਤਾ। ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ ਦਾ ਪੇਪਰ ਮਿਲਿਆ ਹੈ, ਸਮਾਂ ਨਿਸ਼ਚਿਤ ਹੈ, ਜਾਣਾ ਲਾਜ਼ਮੀ ਹੈ, ਪਰ ਇੱਦਾਂ ਨਹੀਂ ਦੱਸਿਆ ਵੀ ਬਚਪਨ ਵਿੱਚ ਜਾਣਾ ਹੈ, ਜਵਾਨੀ 'ਚ ਜਾਣਾ ਹੈ ਜਾਂ ਬੁਢੇਪੇ 'ਚ ਜਾਣਾ ਹੈ। ਕਦੋਂ ਵੀ ਜਾ ਸਕਦੇ ਹਾਂ। ਅਸੀਂ ਪੂਰੀ ਤਿਆਰੀ ਕਰਕੇ ਰੱਖੀਏ, ਜ਼ਿੰਦਗੀ ਰੂਪੀ ਪੇਪਰ ਨੂੰ ਲਿਖਣਾ ਸ਼ੁਰੂ ਕਰ ਦਈਏ। ਜੋ ਗੁਰੂ ਜੀ ਆਖਦੇ ਨੇ, ਨਸ਼ਾ ਨਹੀਂ ਕਰਨਾ ਲਿਖ ਲਈਏ, ਮਾੜੇ ਕਰਮ ਨਹੀਂ ਕਰਨੇ, ਕਿਸੇ ਦਾ ਬੁਰਾ ਨਹੀਂ ਸੋਚਣਾ, ਸਰਬੱਤ ਦਾ ਭਲਾ ਮੰਗਣਾ ਵੀ ਹੈ, ਕਰਨਾ ਵੀ ਹੈ, ਲਿਖਦੇ ਜਾਈਏ, ਮੰਨਦੇ ਜਾਈਏ, ਪੇਪਰ ਨੂੰ ਹੱਲ ਕਰਦੇ ਜਾਈਏ। ਪਰ ਸਤਿਗੁਰੂ ਜੀ ਸਮਝਾਉਂਦੇ ਨੇ, ਕਈ ਆਪਣਾ ਧਿਆਨ ਪੇਪਰ ਹੱਲ ਕਰਨ ਦੀ ਬਜਾਏ ਹੋਰ ਹੀ ਪਾਸੇ ਲਾਉਂਦੇ ਨੇ। ਕਦੋਂ ਧਰਤੀ ਬਣੀ, ਪਹਿਲਾਂ ਕਿਹਦਾ ਜਨਮ ਹੋਇਆ। ਸਤਿਗੁਰੂ ਜੀ ਆਖਦੇ ਨੇ, ਪੁੱਤ ਜੇ ਸੋਹਣਾ ਲੇਖਾ ਲਿਖਣਾ ਹੈ ਨਾ, ਇਹ ਗੱਲ ਤੂੰ ਲਿਖ ਲਾ, ਲਿਖ ਅੰਤ ਨਾ ਪਾਰਾਵਾਰ। ਤੂੰ ਅੰਤ ਨਹੀਂ ਪਾ ਸਕਦਾ, ਤੂੰ ਪਰਲਾ ਬੰਨਾ ਨਹੀਂ ਪਾ ਸਕਦਾ, ਤੂੰ ਲਿਖ ਤੇ ਉਸ ਮਾਲਕ ਦੇ ਨਾਲ ਜੁੜ ਜਿਹਨੇ ਸਭ ਕੁਝ ਬਣਾਇਆ ਹੋਇਆ। ਫਿਰ ਅੱਗੇ ਸਮਝਾਉਂਦੇ ਨੇ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਇਹ ਰਹਾਉ ਵਾਲਾ ਬੰਦ ਆਪਾਂ ਸ਼ੁਰੂਆਤ ਵਿੱਚ ਹੀ ਸਮਝ ਲਿਆ। ਹੁਣ ਦੂਸਰੇ ਬੰਦ ਵਿੱਚ ਉਪਦੇਸ਼ ਕਰਦੇ ਨੇ, ਜਿੱਥੈ ਮਿਲੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿਕੈ ਨਿਕਲੈ ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਓ ਦਵਾਓ। ਇਹ 3 ਪੰਗਤੀਆਂ ਦੂਜੇ ਬੰਦ ਦੀਆਂ ਨੇ। ਸਤਿਗੁਰੂ ਜੀ ਸਮਝਾਉਂਦੇ ਨੇ, ਜਿੱਥੈ ਮਿਲੈ ਵਡਿਆਈਆਂ ਸਦ ਖੁਸ਼ੀਆਂ, ਸਦ ਦਾ ਅਰਥ ਹੈ ਸਦਾ, ਸਦ ਖੁਸ਼ੀਆਂ ਸਦ ਚਾਓ। ਪੁੱਤ ਇੱਦਾਂ ਦਾ ਲੇਖਾ ਲਿਖੀ ਜਿਹਨੂੰ ਲਿਖਣ ਦੇ ਨਾਲ ਤੂੰ ਉੱਥੇ ਪਹੁੰਚ ਜਾਏ ਜਿੱਥੇ ਸਦਾ ਹੀ ਵਡਿਆਈਆਂ ਨੇ, ਸਦਾ ਹੀ ਖੁਸ਼ੀਆਂ ਨੇ, ਸਦਾ ਹੀ ਚਾਓ ਹੈ, ਜਿੱਥੇ ਦੁੱਖ ਤੇ ਆਉਂਦਾ ਹੀ ਨਹੀਂ ਹੈ, ਸਦਾ ਹੀ ਖੁਸ਼ੀ ਰਹਿੰਦੀ ਹੈ, ਕਦੇ ਗਮੀ ਨਹੀਂ ਆਉਂਦੀ। ਇੱਥੇ ਵੀ ਇੱਕ ਬੇਨਤੀ ਕਰਾਂ, ਕਿਸੇ ਦੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਹੋਵੇ ਨਾ, ਉੱਥੇ ਆਪਾਂ ਵਡਿਆਈ ਦੀ ਗੱਲ ਕਰੀਏ, ਖੁਸ਼ੀ ਦੀ ਗੱਲ ਕਰੀਏ, ਚੰਗੀ ਵੀ ਲੱਗਦੀ ਆ। ਪਰ ਜਿੱਥੇ ਕੋਈ ਪੁਰਾਣੀ ਚੜ੍ਹਾਈ ਕੀਤਾ ਹੋਵੇ, ਕਿਸੇ ਦੀ ਅੰਤਮ ਅਰਦਾਸ ਹੋਵੇ ਜਾਂ ਕਿਸੇ ਦਾ ਸੰਸਕਾਰ ਕਰਾ ਕੇ ਗੁਰਦੁਆਰਾ ਸਾਹਿਬ ਸੰਗਤ ਆ ਰਹੀ ਹੋਵੇ, ਉੱਥੇ ਆਪਾਂ ਵਡਿਆਈ ਦੀ ਗੱਲ ਕਰੀਏ, ਖੁਸ਼ੀ ਦੀ ਗੱਲ ਕਰੀਏ।
हो सकता है रिश्तेदार ਜਾਂ ਪਰਿਵਾਰਕ ਮੈਂਬਰ ਗੁੱਸਾ ਕਰ ਜਾਣ ਵੀ ਸਾਡਾ ਤੇ ਮੈਂਬਰ ਚਲਿਆ ਗਿਆ, ਤੁਸੀਂ ਕਿਹੜੇ ਆਨੰਦ ਕਿਹੜੀ ਖੁਸ਼ੀ ਦੀ ਗੱਲ ਕਰਦੇ ਹੋ। ਬੰਦਾ ਗੱਲ ਕਰੇ, ਹੋ ਸਕਦਾ ਦੂਸਰਾ ਬੰਦਾ ਗੁੱਸਾ ਕਰ ਜਾਏ, ਪਰ ਜਦੋਂ ਗੁਰੂ ਕਰਦਾ ਉਦੋਂ ਕੋਈ ਗੁੱਸਾ ਨਹੀਂ ਕਰਦਾ। ਗੁਰੂ ਜੀ ਤੇ ਕਰਦੇ ਆ ਨਾ, ਭਾਵੇਂ ਬੱਚੇ ਦਾ ਜਨਮ ਹੋਏ, ਭਾਵੇਂ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ, ਇਹ ਲਾਜ਼ਮੀ ਪੜ੍ਹਾਇਆ ਜਾਂਦਾ। ਗੁਰੂ ਜੀ ਲਾਜ਼ਮੀ ਪੜ੍ਹਾਉਂਦੇ ਨੇ। ਅੱਜ ਵੀ ਆਪਾਂ ਪੜ੍ਹਾਂਗੇ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਿਹੜਾ ਆਨੰਦ? ਇੱਥੇ ਤੇ ਪ੍ਰਾਣੀ ਚੜ੍ਹਾਈ ਕਰ ਗਿਆ, ਕਿਹੜੇ ਆਨੰਦ ਦੀ ਗੱਲ ਕਰਦੇ ਨੇ ਗੁਰੂ ਜੀ? ਸਤਿਗੁਰੂ ਜੀ ਦੱਸਦੇ ਨੇ, ਪੁੱਤ ਮੇਰੇ ਕੋਲ ਬੈਠ, ਮੈਂ ਦੱਸਾਂ ਇਹ ਅੰਦਰ ਦੀਆਂ ਗੱਲਾਂ ਨੇ। ਬਾਹਰ ਤੇ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ, ਬਾਹਰਲੇ ਦੁੱਖਾਂ ਤੋਂ ਘਬਰਾਉਣਾ ਨਹੀਂ। ਬਾਹਰ ਤੇ ਹੋ ਸਕਦਾ ਬੰਦ ਕਟਵਾਉਣਾ ਪੈ ਜਾਏ, ਬਾਹਰਲੀ ਸਾਈਡ ਤੇ ਹੋ ਸਕਦਾ ਪੁੱਤ ਦਾ ਕਲੇਜਾ ਮੂੰਹ ਚ ਪਵਾਉਣਾ ਪੈ ਜਾਵੇ, ਨੀਹਾਂ 'ਚ ਵੀ ਖੜਨਾ ਪੈ ਸਕਦਾ ਹੈ, ਪਿਤਾ ਦੇ ਸਾਹਮਣੇ ਜੰਗ 'ਚ ਵੀ ਲੜਨਾ ਪੈ ਸਕਦਾ। ਬਾਹਰ ਤੇ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ, ਪਰ ਜੇ ਤੂੰ ਬਾਣੀ ਨਾਲ ਜੁੜ ਗਿਆ, ਸੋਹਣਾ ਲੇਖਾ ਲਿਖਣ ਲੱਗ ਗਿਆ ਨਾ, ਇਹ ਦੁੱਖ ਤੇਰੇ ਘਰ ਤੱਕ ਆ ਸਕਦੇ ਨੇ, ਤਨ ਤੱਕ ਵੀ ਆ ਸਕਦੇ ਨੇ। ਕੋਈ ਬਿਮਾਰੀ ਲੱਗ ਸਕਦੀ ਹੈ ਸਰੀਰ ਨੂੰ, ਘਰ ਤੱਕ ਵੀ ਆ ਸਕਦੀ ਆ, ਤਨ ਤੱਕ ਵੀ ਆ ਸਕਦੇ ਆ, ਪਰ ਮਨ ਤੱਕ ਨਹੀਂ ਜਾ ਸਕਦੇ। ਉੱਥੇ ਸਦਾ ਖੁਸ਼ੀ ਸਦਾ ਖੇੜਾ ਰਹਿੰਦਾ ਉਸ ਅਵਸਥਾ ਵਿੱਚ ਜਦੋਂ ਆਪਾਂ ਸੋਹਣਾ ਲੇਖਾ ਲਿਖਦੇ ਹਾਂ। ਫਿਰ ਸਮਝਾਉਂਦੇ ਨੇ, ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ। ਕਹਿੰਦੀ ਉਹਨਾਂ ਦੇ ਮੁਖ ਉੱਤੇ ਤਾਂ ਟਿੱਕੇ ਲੱਗਦੇ ਨੇ, ਨਿਸ਼ਾਨ ਲੱਗਦੇ ਨੇ। ਜਿਵੇਂ ਛੋਟੇ ਹੁੰਦੇ ਆਪਾਂ ਅਰਜ਼ੀਆਂ ਲਿਖਦੇ ਹੁੰਦੇ ਸੀ, ਐਪਲੀਕੇਸ਼ਨ, ਕਿਸੇ ਨੇ ਛੁੱਟੀ ਲੈਣੀ ਹੁੰਦੀ ਸੀ, ਉਹ ਜ਼ਰੂਰੀ ਕੰਮ ਦੀ ਅਰਜ਼ੀ ਲਿਖਦਾ ਸੀ। ਕਿਸੇ ਨੇ ਫੀਸ ਮਾफ़ ਕਰਾਉਣੀ ਹੁੰਦੀ ਸੀ, ਉਹ ਫੀਸ ਮਾफ़ੀ ਦੀ ਅਰਜ਼ੀ ਲਿਖਦਾ ਸੀ। ਜਦੋਂ ਅਰਜ਼ੀ ਲਿਖੀ ਜਾਂਦੀ ਸੀ ਨਾ, ਉਹਦੇ ਉੱਤੇ ਸਿਗਨੇਚਰ ਹੁੰਦੇ ਸੀ, ਸਾਈਨ ਹੁੰਦੇ ਸੀ ਸਾਡੇ ਅਧਿਆਪਕ ਦੇ। ਜਦੋਂ ਸਾਈਨ ਹੋ ਜਾਂਦੇ ਸੀ, ਮੋਹਰ ਲੱਗ ਜਾਂਦੀ ਸੀ, ਭਾਵ ਉਹ ਇੱਕ ਨਿਸ਼ਾਨੀ ਲੱਗ ਜਾਂਦੀ ਸੀ ਵੀ ਭਾਈ ਇਸ ਅਰਜ਼ੀ ਤੇ ਨਿਸ਼ਾਨੀ ਲੱਗ ਗਈ, ਇਹ ਅਰਜ਼ੀ ਪ੍ਰਵਾਨ ਹੈ, ਹੁਣ ਇਹਦੀ ਫੀਸ ਮਾफ़ ਹੈ, ਇਹਦੀ ਛੁੱਟੀ ਮਨਜ਼ੂਰ ਹੈ, ਕਿਉਂਕਿ ਨਿਸ਼ਾਨੀ ਲੱਗ ਗਈ, ਨਿਸ਼ਾਨ ਲੱਗ ਗਿਆ। ਜੇ ਉਹ ਨਿਸ਼ਾਨੀ ਨਾ ਲੱਗਦੀ ਫਿਰ ਅਰਜ਼ੀ ਪ੍ਰਵਾਨ ਨਹੀਂ ਸੀ ਹੁੰਦੀ। ਸਤਿਗੁਰੂ ਜੀ ਸਮਝਾਉਂਦੇ ਨੇ, ਪੁੱਤ ਉਹਨਾਂ ਦੇ ਮੱਥੇ ਤੇ ਵੀ ਟਿੱਕਾ ਲੱਗ ਜਾਂਦਾ ਹੈ, ਨਿਸ਼ਾਨ ਲੱਗ ਜਾਂਦਾ ਹੈ, ਜਿਨ ਮਨ ਸੱਚਾ ਨਾਉ, ਜਿਨ੍ਹਾਂ ਨੇ ਆਪਣੇ ਮਨ ਵਿੱਚ ਸੱਚੇ ਨਾਮ ਨੂੰ ਵਸਾ ਲਿਆ। ਇਹ ਲੇਖਾ ਲਿਖ ਲਿਆ, ਲਿਖ ਨਾਮ ਸਲਾਹਾ ਲਿਖ ਲਿਖ ਅੰਤ ਨਾ ਪਾਰਾਵਾਰ। ਜਿਨ੍ਹਾਂ ਨੇ ਇੱਦਾਂ ਲੇਖਾ ਲਿਖ ਲਿਆ ਨਾ, ਨਾਮ ਨੂੰ ਅੰਦਰ ਲੈ ਗਏ, ਬਾਣੀ ਨੂੰ ਅੰਦਰ ਲੈ ਗਏ, ਉਹਨਾਂ ਦੇ ਮੱਥੇ ਤੇ ਵੀ ਨਿਸ਼ਾਨੀ ਲੱਗ ਜਾਂਦੀ ਆ ਵੀ ਇਹਦਾ ਲੇਖਾ ਪ੍ਰਵਾਨ ਹੈ। ਫਿਰ ਸਮਝਾਉਂਦੇ ਨੇ, ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਓ ਦਵਾਓ। ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਜੇ ਉਹਦੀ ਕਿਰਪਾ ਹੈ ਨਾ, ਫੇਰ ਹੀ ਟਿੱਕਾ ਲੱਗਦਾ, ਫੇਰ ਹੀ ਨਿਸ਼ਾਨੀ ਲੱਗਦੀ ਆ। ਇਹ ਗੱਲਾਂ ਵਾਲਾ ਮਾਰਗ ਨਹੀਂ ਹੈ। ਇਹ ਨਹੀਂ ਕਿ ਗੱਲਾਂ ਬਾਤਾਂ ਕਰਕੇ ਆਪਾਂ ਮੁਕਤ ਹੋ ਜਾਵਾਂਗੇ, ਆਪਾਂ ਰੱਬ ਜੀ ਦੇ ਨੇੜੇ ਹੋ ਜਾਵਾਂਗੇ, ਸੋਹਣੇ ਕਰਮ ਆਪਾਂ ਇੱਦਾਂ ਹੀ ਕਰਨ ਲੱਗ ਜਾਵਾਂਗੇ। ਇਹ ਗੱਲਾਂ ਵਾਲਾ ਮਾਰਗ ਨਹੀਂ। ਤਾਂ ਪ੍ਰਵਾਨ ਹੋਵਾਂਗੇ ਜਿਹਨੂੰ ਕਰਮ ਵਿੱਚ ਵੀ ਲੈ ਕੇ ਆਵਾਂਗੇ। ਜਿਵੇਂ ਮੈਂ ਆਪਣੇ 'ਤੇ ਕਹਿ ਦੇਵਾਂ, ਮੈਂ ਇੱਥੇ ਗੱਲਾਂ ਕਰੀ ਜਾਵਾਂ ਸੋਹਣੀਆਂ ਸੋਹਣੀਆਂ, ਆਪ ਜੀ ਸੁਣ ਰਹੇ ਹੋ, ਕਿਉਂਕਿ ਬਾਣੀ ਦੀਆਂ ਗੱਲਾਂ ਤਾਂ ਹੈਗੀਆਂ ਹੀ ਸੋਹਣੀਆਂ ਨੇ। ਹੁਣ ਆਪਾਂ ਗੁਰੂ ਦੀਆਂ ਗੱਲਾਂ ਨੂੰ ਸਮਝ ਰਹੇ ਹਾਂ, ਪਰ ਮੈਂ ਆਪ ਮੰਨਾਂ ਨਾ, ਆਪ ਉਹ ਕਰਮ ਕਰਾਂ ਨਾ, ਫਿਰ ਪ੍ਰਵਾਨ ਮੈਂ ਵੀ ਨਹੀਂ ਹੋਣਾ, ਫਿਰ ਮੈਂ ਵੀ ਪ੍ਰਵਾਨ ਨਹੀਂ ਹੋਣਾ। ਸਤਿਗੁਰੂ ਜੀ ਸਮਝਾਉਂਦੇ ਨੇ, ਅਵਰੇ ਕੋ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ, ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਦੂਜੇ ਦੀ ਖੇਤੀ ਦਾ ਫਿਕਰ ਕਰਦਾ ਰਿਹਾ ਵੀ ਕਿਤੇ ਉੱਜੜ ਨਾ ਜਾਏ, ਆਪਣੀ ਖੇਤੀ ਵੱਲ ਨਜ਼ਰ ਨਾ ਮਾਰੀ, ਅੰਦਰ ਉਜਾੜਾ ਹੀ ਉਜਾੜਾ ਹੋਇਆ ਪਿਆ। ਸੋ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰੀਏ, ਤੇ ਸ਼ੁਰੂਆਤ ਉਦੋਂ ਹੀ ਕਰਾਂਗੇ ਜਦੋਂ ਸਾਨੂੰ ਮੌਤ ਚੇਤੇ ਆਏਗੀ।
मौत चेते आवे रब चेते आउंदा है। फिर जिंदगी का एक एक मिनट भी आपां सफला करना चाहुंदे आ। रब भी उदों ही भुल्लदा जदों मौत भुल्ली हुंदी है, जदों मन नूं लगदा मैं ना मरूं मरबो संसारा, मैं थोड़ी मरने, मैनू थोड़ा कुछ होने ते लोग मरदे ने। जदों मौत भुल्लदी है ना, ओदी नितनेम विसरदा है, ओदी सेवा विसरदी आ। ताई ते गुरु नानक साहिब जी नूं भी कहना पै गया, पुੱਤ सब कुछ याद रखिया होया है, सब कुछ चेते है। जदों भी भुल्लदे तू मरना भुल जाना भी, तू मरना भी है जाना भी है। ताई आख्या है ना बाबा जी ने आवाज़ मार के, खाना पीना हसना सौना बिसर गया है मरना, खसम विसार खुआरी कीनी, त्रिग जीवन नहीं रहना, प्राणी एको नाम त्यावो, अपनी पत सेती घर जावो। सब कुछ याद है, खाना पीना हसना सौना, बिसर गया है मरना। जदों मौत भुल्ली, खसम विसार, खसम भी बिसर गया। सो मौत नूं चेते रखिए, मौत नूं याद रखना कोई निराशावादी गल नहीं हुंदी। जे मौत चेते आवे रब चेते आउंदा है। अपना अंत दिस पए ना बेअंत दी याद आउण लग जांदी आ। इसे करके सतगुरु जी आखदे ने, पुੱਤ गल्लां वाला मार्ग नहीं है, तू इन्हां गल्लां नूं अपना, अपने जीवन च लागू कर। जे चंगे कर्म करन वास्ते आखिया है ना, तू करिया कर। वो तू ओदी करेगा जदों तेरे मौत ध्यान च होएगी। इत्थे भी बेनती करां, गुरु साहिब जी ने कल्ला कहा नहीं भी तू चंगे कर्म करके सोहना लेखा लिख ला, करके भी विखाए है। ये नहीं कि कल्ला उपदेश कर दिता। जदों बाबा जी नूं पुछिया सी, पुछन खोल किताब नूं हिंदू वड्डा के मुसलमानोई, बाबा दस हिंदू वड्डा है जां मुसलमान? ते सतगुरु जी ने एको गल आखी, बाबा आखे हाजियां शुभ अमलों बाजों दोनों रोई। पुੱਤ जे चंगे कर्म नहीं ना करने, भावें कोई जंजू पा ले, भावें सुन्नत करा लवे, जे चंगे कर्म नहीं करने दोनों ही रोंदे जाणगे। उपदेश सानू भी है, भावें 5 ककार पा लईए, जे चंगे कर्म नहीं करने रोंदे आपां भी जावांगे। कल्ला किया नहीं शुभ अमल कर, कल्ला आखिया नहीं फरीदा अमल जे कीते दुनी विच दरगा आए कम, करके भी विखाया है। आपां इतिहास विचों एक साखी राही सिੱਖਿਆ भी लै लैने आ किवें चंगे कर्म करने ने। जदों गुरु नानक साहिब जी का आपां जीवन पढ़ते हैं ना, आपां नूं सारिआं नूं पता है कि सतगुरु जी ने 4 उदासियां कीतियां ने। जदों सतगुरु जी उदासियां ते गए ने भाई मरदाने नूं नाल लैके, एक बाबा अकाल रूप, दूजा रबाबी मरदाना। भाई मरदाना जी नूं साथी बनाया, नाल लैके चले ने, दीपालपुर की धरती ते पहुँचे ने। देखो चंगे कर्म करने भी सानू सिखाए ने, किद्दां करीदे ने। दीपालपुर की धरती ते आए, सामने बोर्ड लग्या होया है। जिमें अज आप जाने ना, किसी पिंड जाना होवे बोर्ड लगे हुंदे ने, साइन बोर्ड निशानी लगी हुंदी आ, पिंडां दे नाम लिखे हुंदे ने। उन्हां समयां च भी निशानियां हुंदियां सी। हुण सामने निशानी लगी हुई आ भी इधरले पासे पिंड है, पिंड वल इशारा किया होया भी आ जिहड़ी पगडंडी है, जिहड़ा रस्ता है, ये पिंड नूं जा रहा है। पिंड का नाम लिखिया होया, दूजे पासे निशानी ला के लिखिया होया खतरा। उधर भी पगडंडी जा रही है, रास्ता जा रही है।
दीन दुनिया दे मालक धन गुरु नानक साहिब जी भाई मरदाना जी नूं आखदे ने, मरदानिया आपां पिंड वाले राह ते बाद विच जावांगे, इस पगडंडी ते बाद विच जावांगे। पहलां आपां इधर जाके वेखदे हां जिधर खतरा लिखिया होया है। वेखिए खतरा क्यों लिखिया होया है। भाई मरदाना जी कहन लगे, सतगुरु जी जदों सामने निशानी लाई हुई है भी इधर खतरा है, आपां खतरे वाले पासे जाके की करना है। आपां पिंड वाले पासे चलदे हां, इधरले पासे पिंड है, आपां पिंड वाले राह ते चलांगे। सतगुरु जी कहन लगे, मरदानिया ध्यान नाल वेख, भावें खतरा लिखिया होया है फिर भी इस पगडंडी दे उत्ते निशान नज़र आ रहे ने। इदां लगदा जिमें कदे कदे कोई इस रास्ते चों लंघदा होवे। आपां वेखीए तां सही जाके भी की है इधरले पासे। हुण भाई मरदाना जी सत वचन कह के सतगुरु जी दे नाल तुर पए। जा रहे ने, रास्ते विच दूर दूर तक कुछ नज़र नहीं आ रहा। भाई मरदाना फिर कहंदे, वेखो सतगुरु जी इधरले पासे कुछ भी नहीं है, आपां वापस चलदे हां, पिंड वाले पासे नूं जावांगे, इधर ते कुछ भी नहीं। सतगुरु जी कहन लगे, मरदानिया जे आ निशान आ ना ते लाजमी कुछ इधरले पासे होएगा। आपां वेखदे हां, थोड़ा होर अगे जाके देख लैने आ। जदों थोड़ा होर अगे गए, सामने एक छन नज़र आई है, झौंपड़ी पई आ। सतगुरु जी कहन लगे, वेख मरदानिया इस झौंपड़ी विच लगदे कोई हैगा, जानदे सब कुछ ने पर जणाउंदे नहीं। लगदे कोई इस छन विच है, आपां चल के दरवाजा खड़काउने आ। भाई मरदाने ने दरवाजा खड़काया, आवाज़ मारी आ पर मोड़मी कोई आवाज़ वापस नहीं आई, किसी ने जवाब ना दिता। भाई मरदाना जी फिर कहंदे ने, सतगुरु जी वेखो इत्थे कोई भी नहीं, जे हुंदा ते आवाज़ वापस दिंदा ही। मैं आवाज़ मारी आ, मैं दरवाजा भी खड़काया, इत्थे कोई नहीं, आपां चलदे हां इत्थों। धन गुरु नानक साहिब जी कहन लगे, मरदानिया आ वेख, बाहरले पासे ना एक मिट्टी का भांडा पिया सी, जिहदे विच सिल सी। इदां लगदा सी भी जिवें उहनूं कुछ पकवान लग्या होवे, किसी ने कुछ उहदे विचों छकिया होवे। सतगुरु जी कहन लगे, इस भांडे च हजे सिल है, ऐं लगदा जिवें किसी ने कुछ छके इस भांडे विचों। इत्थे लाजमी कोई होएगा, तो फिर आवाज़ दे। फिर आवाज़ मारी गई। हुण अंदरों जिहड़ी आवाज़ आई है ना, उस आवाज़ विच बड़ा दर्द है, बड़ी दुख भरी आवाज़ है। तुसी कौन हो, इत्थे क्यों आए हो? लगदा तुसी भुल के इधरले पासे आ गए। पिंड इधर नहीं, पिंड ते परले पासे है, तुसी चले जाओ इत्थों। भाई मरदाना जी आवाज़ मारदे ने, भलिया असी ते तैनू ही मिलण आए आ, तू दरवाजा खोल, असी ते तैनू मिलना चाहुंदे आ। असी ते जान बुझ के इधरले पासे आए आ वेखण दे लई कि कौन है, इधर खतरा क्यों लिखिया होया है। ते अंदरों फिर आवाज़ आउंदी आ, तुसी चले जाओ, मैं बहुत दुखी हाँ, मैनू होर दुखी ना करो, मैं दरवाजा नहीं खोल सकदा, तुसी चले जाओ। जदों इन्ना कहा ना, हुण धन गुरु नानक साहिब जी आप अगे हो गए, भाई मरदाना जी पिछे हट गए। हुण सतगुरु जी ने आप आवाज़ मारी, कहन लगे, पुत दरवाजा खोल, यही तो तैनू पुछण आए आ, तैनू दुख की है, तैनू तकलीफ की है, सानू दस, दरवाजा खोल। इन्ने प्यार नाल सतगुरु जी ने आखिया, आवाज़ विच इन्ना अपनापन कि वो तो रिहा ना गया, उन्हें दरवाजा खोल दिता। हुण दरवाजा खोलिया, जो सामने खड़ा है ना, उहदा शरीर फुटिया पिया, कोड़ चलिया होया शरीर दे उत्ते, छालियां नाल भरिया पिया,
बदबू आ रही है ਉਹਦੇ ਕੋਲੋਂ। ਉਹਨੇ दरवाजा खोलण सार अपने कदम पिछे कर लए, डर रही है। धन गुरु नानक साहिब जी कहन लगे, पुੱਤ लगदे तैनूं पता नहीं जदों कोई घरे आउंदा ਉਹਦਾ स्वागत किवें करीदा, पिछे नहीं हटीदा हुंदा। पुੱਤ जदों कोई घर आवे ना चल के, गलवकड़ी पाई दी आ मेरे गले लग। सतगुरु जी ने उन्हों घुट के अपनी गलवकड़ी च लै लिया, उहदियां धाहां निकल गईयां। उच्ची रो रो के कहिंदे, तुसीं कौन हो? मैनू ते अपने रिश्तेदार मेरे इत्थे छड्ड के चले गए। मेरे ते परिवारक मैंबरां ने मैनू कह दिता, असीं तैनूं भोजन देण आवांगे जरूर, पर टल्ली खड़काउंदे आया करांगे। चेते रखी, जिन्ना टाइम टल्लियां दी आवाज़ सुने तूं बाहर नहीं निकलना। जदों टल्ली दी आवाज़ कन्नां च पैनी बंद हो जे, उदों दरवाजा खोल के भोजन चक लिया करी। जदों मैं दरवाजा खोलदा, जदों टल्लियां दी आवाज़ आउणी बंद हुंदी है, कई बार उस भोजन नूं कोई जानवर ही चुक के लै जांदा है। मैं ते कई दिन भुखे बैठा रहना। मेरे ते अपने रिश्तेदार, अपने परिवारक मैंबर मैनू छड्ड के चले गए। तुसीं कौन हो? भाई मरदाना जी कोल खड़े दसदे ने, ये धन गुरु नानक साहिब जी ने एवें नहीं किया सी सिद्धां ने। आओ आपां भी पढ़ लईए। सिद्धां ने भी कह दिता सी, बड़ा पुरख परगटिया, बड़ा पुरख परगटिया, बड़ा पुरख परगटिया, बड़ा पुरख परगटिया, कल जुग अंदर जोत जगाई, कल जुग अंदर जोत जगाई, धन नानक तेरी वड्डी कमाई, धन नानक तेरी वड्डी कमाई, सिद्ध बोलन शुभ बचन, सिद्ध बोलन शुभ वचन, धन नानक तेरी वड्डी कमाई, धन नानक तेरी वड्डी कमाई, सोच के देखिए, सानू पता होवे इत्थे बीमारी फैली, आपां जावांगे जी उत्थे, असीं अपने बच्चियां नू उत्थे भेजांगे। पर सिख धर्म निगाह मार के वेखीए, सतगुरु जी आप कोड़ी कोल चल के गए। इत्थे बस नहीं, इतिहास दसदा सतगुरु जी ने उहदी आप सेवा कीती। जड़ियां बूटियां दे नाल उहदा बाहरी इलाज कीता, बाणी दे नाल अंदरूनी कोड़ दूर कीता, ते जड़ियां बूटियां दे नाल उहदा बाहरी कोड़ दूर कीता। उहनूं बिल्कुल ठीक करके पिंड दे विच लैके गए ने। पिंड वाले सारे इकट्ठे हो गए, सारे हैरान, इहदी ते असीं दूर छन्न पा के दित्ती सी, ये किद्दां ठीक हो गया, ये ते लगदा ही नहीं सी ठीक हो जाएगा। उस समय धन गुरु नानक साहिब जी ने आखिया सी, ये काम तुसीं भी कर सकदे सी, ये सेवा तुसीं भी कर सकदे सी, मनुखता दी सेवा, पर तुसीं कीती नहीं है। सानू सिੱਖਿਆ दित्ती, जदों भी सेवा मिलदी है पैर पिछे नहीं मोड़ना, सगों अगे वधने। ये चंगे कर्म करने ने, सोहणे सोहणे काम समाज भलाई दे, लोक भलाई दे, जिथों तक आपां कर सकदे हां, कल्ला कहना नहीं। नानक नाम चढ़दी कला तेरे भाणे, सरबत दा भला करन वाले पासे भी तुरना है। धन गुरु हरकृष्ण महाराज जी का जीवन पढ़िए, किन्नी छोटी उम्र है, शरीरक उम्र की जे गल करिए, पता लग्या दिल्ली च बीमारी फैली है, जाके हत्थी सेवा कर रहे ने। जिस उम्र दे विच साडे बच्चियां नूं खाना नहीं आउंदा, कपड़े नहीं पाउणे आउंदे,
पता नहीं उस उम्र विच धन गुरु हरकृष्ण महाराज जी ने किन्नियां कदे उत्थे दिल्ली विच जाके कपड़े पाए ने, किन्ने भुखियां नूं प्रशादा छकाया, किन्ने बीमारां नूं दवाई दित्ती आ। सरीरक उम्र की गल कीती, अवस्था तो बड़ी उच्ची आ। सो आपां भी सिੱਖਿਆ लईए, जिन्ना भी हो सकते जिन्ने सवास मिले ने चंगे कर्म करिए, घरां दे विच माता पिता की सेवा करिए, इस परिवार तो भी सिੱਖਿਆ लैके जाइए जिन्हां ने अपनी माता हरबंस कौर जी की बड़ी सेवा की है। मैनूं दस रहे सी वीर भी भावें कि माता जी बीमार सन पर सेवा बड़ी की, बहुत चंगी गल है। असीं अपने बजुर्गों नूं संभाल लईए, बिरध आश्रमां नूं जिंदे लवा दईए। सतगुरु जी यही गल ते सानूं समझाउणा चाहुंदे ने। चंगे कर्म गल्लां वाला मार्ग नहीं है, ये तैनूं कर्म करना पैना है। कर्मी आपो अपनी के नेड़े के दूर, कर्मां दे अनुसार नबेड़ा होना है। तीसरे बंद विच समझाउंदे ने धन गुरु नानक साहिब जी, एक आवे एक जाहे उठ, रखिए नाम सलार, एक उपाय मंगते, एक ना वड्डे दरबार, अगे गया जानिए, बिन नावे बेकार। ये तीन पंक्तियां तीजे बंद दियां ने। एक आवे एक जाही उठ। सतगुरु जी समझाउंदे ने, कई ते आ रहे ने, कई जा रहे ने। अज दे दिन की गल करिए, अज जिथे माता हरबंस कौर जी की अंतिम अरदास सन, पता नहीं इस धरती ते अज दे दिन होर किन्नियां क दी अंतिम अरदासां हो रही होणगियां। अज दे दिन पता नहीं किन्नियां क नूं हॉस्पिटलों चों जवाब दे दिता गया होना भी भाई घरे ले जाके सेवा कर लो, ये कोल कुछ घड़ियां ही बाकी रह गईयां ने। अज दे दिन पता नहीं किन्नियां क बच्चियां दा जन्म होया होएगा। कोई आ रहा है, कोई अपना पंध मुका के जा रहा है। एक आवे एक जाही उठ, रखिए नाम सलार। सलार दा अर्थ है सरदार। कहते जदों मनुख आउंदा है ना, बड़े बड़े नाम रखे जाते ने। सरदार सरदार कहाया जाता है, मलाइक कहाया जाता है। जदों वो दुनिया विचों जाते ने, एक आवे एक जाहे उठ, रखिए नाम सलार, एक उपाय मंगते, एक ना वड्डे दरबार। किसे दा जन्म ते मंगतियां दे घर च हुंदा है, भाव गरीब घर च हो जाता है। किसे दे बड़े बड़े दरबार लगते ने। अगे गया जानी है, कहते जदों आखिरी समा आउंदा है ना, पता तो उदों लगदा की दरबार, की महल मनारे, की कुल्ली, की चौंपड़ी। अगे गया जानी है, बिन नावै बेकार। जे नाम नहीं है ना जिंदगी विच, सब कुछ व्यर्थ है, सब कुछ बेकार है। दिन ते कुल्ली वाले ने भी कढ़ लेने ने, महल मनारे वाले ने भी कढ़ लेने ने। अखीर दे समय पता लगदा भी नाम तो बिना सब कुछ बेकार है। चेते रखिए जी, जिन्ना टाइम शरीर है उन्ना टाइम सानू बाहरी माया की भी लोड़ है। बाणी च किते नहीं किया भी सिख अमीर नहीं होना चाहिए। होना चाहिए मेहनत की कमाई नाल जिन्ना मर्जी धन कमाओ, पर नाल नाल सुरत आपां बाणी नाल भी जोड़ के रखनी आ। सतगुरु जी समझाउंदे ने, नाम तो बिना सब कुछ बेकार हो जाना है। ताई ते तत्त दी गल कढ़ के सानू समझाई है ना। आओ पढ़ लईए। कहो नानक एह तत्त विचारा, कहो नानक एह तत्त विचारा। बिन हर भजन नाही छुटकारा, बिन हर भजन नाही छुटकारा। बिन हर भजन नाही छुटकारा, बिन हर भजन नाही छुटकारा।
ਇਹ ਤੱਤ ਕੱਢਿਆ ਗਿਆ, ਇਹ ਨਿਚੋੜ ਹੈ ਵੀ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਭਾਵੇਂ ਤੇਰੇ ਕੋਲ ਧਨ ਦੌਲਤ ਹੈ ਜਾਂ ਨਹੀਂ ਹੈ, ਤੇਰੇ ਕੋਲ ਰਹਿਣ ਵਾਸਤੇ ਛੱਤ ਹੈ ਜਾਂ ਨਹੀਂ ਹੈ, ਇਹ ਗੱਲ ਮਾਇਨੇ ਨਹੀਂ ਰੱਖਦੀ। ਗੱਲ ਮਾਇਨੇ ਰੱਖਦੀ ਆ ਬਿਨ ਹਰ ਭਜਨ ਨਾਹੀ ਛੁਟਕਾਰਾ। ਇੱਥੇ ਤੇ ਕੁੱਲੀਆਂ ਵਿੱਚ ਰਹਿਣ ਵਾਲੇ ਭਗਤ ਰਵਿਦਾਸ ਜੀ ਜੀਵਨ ਸਫਲਾ ਕਰ ਗਏ। ਇੱਥੇ ਤੇ ਮਹਿਲਾਂ ਵਿੱਚ ਰਹਿਣ ਵਾਲੇ ਭਗਤ ਪੀਪਾ ਜੀ ਵੀ ਜੀਵਨ ਸਫਲਾ ਕਰ ਗਏ। ਇੱਥੇ ਕੁੱਲੀ ਜਾਂ ਮਹਿਲ ਨਹੀਂ ਵੇਖਿਆ ਜਾਂਦਾ, ਅੰਦਰ ਦਾ ਪਿਆਰ ਵੇਖਿਆ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ, ਭੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹ, ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿਠੇ ਖੇਹ, ਨਾਨਕ ਉੱਠੀ ਚੱਲਿਆਂ ਸਭ ਕੂੜੇ ਟੁੱਟੈ ਨੇਹ। ਇਹ ਸ਼ਬਦ ਦਾ ਅਖੀਰਲਾ ਬੰਦ ਹੈ, ਭੈ ਤੇਰੇ ਡਰ ਅਗਲਾ। ਜੇ ਅਸੀਂ ਤੇਰੇ ਤੋਂ ਭੈ ਕਰਦੇ ਹਾਂ ਨਾ, ਦੂਰ ਰਹਿੰਦੇ ਹਾਂ ਤੇਰੇ ਤੋਂ, ਫਿਰ ਸਾਨੂੰ ਦੁਨੀਆ ਦਾ ਡਰ ਬਹੁਤਾ ਵਿਆਪਦਾ ਏ। ਭੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇ। ਫਿਰ ਅਸੀਂ ਦੁਨੀਆ ਦੇ ਡਰ ਵਿੱਚ ਲੋਕ ਕੀ ਕਹਿਣਗੇ, ਲੋਕ ਕੀ ਕਰਦੇ ਨੇ, ਸਾਡੀ ਤਨ ਨੂੰ ਜਿਹੜਾ ਹੈ ਕਮਜ਼ੋਰ ਹੁੰਦਾ ਜਾਂਦਾ, ਛਿਜਦਾ ਜਾਂਦਾ, ਵਡੇਪਾ ਜਿਹੜਾ ਉੱਤੇ ਇਹਦੇ ਹਾਵੀ ਹੁੰਦਾ ਜਾਂਦਾ ਹੈ। ਸਾਡਾ ਧਿਆਨ ਇੱਧਰਲੇ ਪਾਸੇ ਜਾਂਦਾ ਹੀ ਨਹੀਂ ਕਿ ਸਾਡਾ ਗੁਰੂ ਕੀ ਕਹਿੰਦੇ, ਗੁਰੂ ਕੀ ਕਹੇਗਾ। ਅਸੀਂ ਲੋਕਾਂ ਬਾਰੇ ਸੋਚਦੇ ਰਹਿੰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਮੈਂ ਇਸ ਦੁਨੀਆ ਦੇ ਵਿੱਚ ਨਾਮ ਜਿਨ੍ਹਾਂ ਸੁਲਤਾਨ ਖਾਨ, ਜਿਨ੍ਹਾਂ ਦੇ ਵੱਡੇ ਵੱਡੇ ਨਾਮ ਸੀ ਨਾ, ਖਾਨ ਸੁਲਤਾਨ, ਉਹਨਾਂ ਨੂੰ ਵੀ ਖੇ ਹੁੰਦੇ ਵੇਖਿਆ ਏ। ਇੱਕ ਨਾਮ ਤੋਂ ਬਿਨਾਂ ਸਾਰੇ ਰਿਸ਼ਤੇ ਨਾਤੇ ਇੱਥੇ ਕੂੜਦੇ ਨੇ। ਨਾਨਕ ਉੱਠੀ ਚੱਲਿਆਂ ਸਭ ਕੂੜੈ ਟੁੱਟੈ ਨੇ। ਜਦੋਂ ਬਾਰੀ ਆਉਂਦੀ ਹੈ ਇੱਥੋਂ ਆਪਾਂ ਉੱਠ ਤੁਰਦੇ ਹਾਂ, ਜਿੰਨੇ ਵੀ ਕੂੜ ਦੇ ਰਿਸ਼ਤੇ ਨੇ ਇਹ ਟੁੱਟ ਜਾਂਦੇ ਨੇ। ਬਸ ਸ਼ਮਸ਼ਾਨ ਭੂਮੀ ਤੱਕ ਹੀ ਇਹ ਸਾਥ ਨਿਭਾ ਸਕਦੇ ਨੇ, ਇਸ ਤੋਂ ਅੱਗੇ ਨਹੀਂ ਨਿਭਦੇ। ਬੇਨਤੀ ਕਰਾਂ, ਗੁਰਬਾਣੀ ਇਹ ਨਹੀਂ ਕਹਿੰਦੀ ਕਿ ਤੂੰ ਆਪਣੇ ਪਰਿਵਾਰ ਦਾ, ਰਿਸ਼ਤੇਦਾਰਾਂ ਦਾ ਤਿਆਗ ਕਰ ਦੇ, ਨਹੀਂ। ਰਿਸ਼ਤੇ ਨਾਤੇ, ਪਰਿਵਾਰਕ ਮੈਂਬਰ ਜਿੰਨਾ ਟਾਈਮ ਸਰੀਰ ਹੈ ਲੋੜੀਦੇ ਨੇ, ਪਰ ਇਹਨਾਂ ਨੂੰ ਬਾਣੀ ਨੇ ਕੂੜ ਕਿਹਾ। ਕੂੜ ਇੱਕ ਤੇ ਆਪਾਂ ਜ਼ਬਾਨ ਤੋਂ ਬੋਲਦੇ ਹਾਂ ਵੀ ਇਹ ਜੀ ਕੂੜ ਬੋਲਦਾ, ਝੂਠ ਬੋਲਦਾ, ਬਾਣੀ ਉਹਨੂੰ ਵੀ ਝੂਠ ਕਹਿੰਦੀ ਆ, ਕੂੜ ਕਹਿੰਦੀ ਆ। ਦੂਜਾ ਬਾਣੀ ਉਸ ਨੂੰ ਵੀ ਕੂੜ ਕਹਿੰਦੀ ਹੈ ਜੋ ਸਮੇਂ ਦੀ ਹੱਦ 'ਚ ਹੈ। ਇਹ ਰਿਸ਼ਤੇ ਨਾਤੇ, ਪਰਿਵਾਰਕ ਮੈਂਬਰ ਸਮੇਂ ਦੀ ਹੱਦ 'ਚ ਨੇ, ਨਾਸ਼ਵੰਤ ਨੇ, ਇਸ ਕਰਕੇ ਇਹਨਾਂ ਨੂੰ ਝੂਠੇ ਮੰਨਿਆ ਜਾਂਦਾ ਹੈ, ਕੂੜ ਕਿਹਾ ਜਾਂਦਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਾਰਾ ਸੰਸਾਰ ਹੀ ਕੂੜ ਹੈ। ਸੋ ਆਪਾਂ ਰਿਸ਼ਤੇ ਨਾਤਿਆਂ 'ਚ ਰਹਿੰਦੇ ਹਾਂ, ਪੁੱਤਰਾਂ ਧੀਆਂ 'ਚ ਰਹਿੰਦੇ ਹਾਂ। ਨਿਰਲੇਪ ਰਹਿਣਾ, ਸੁਰਤ ਮਾਲਕ ਜੀ ਨਾਲ ਜੋੜ ਕੇ ਰੱਖਣੀ ਹੈ, ਜਿਹਨੇ ਸਭ ਕੁਝ ਦਿੱਤਾ, ਉਹਨੂੰ ਚੇਤੇ 'ਚ ਰੱਖਣਾ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗੱਤ ਪਾਈ। ਇਹ ਸਤਿਗੁਰੂ ਦੀ ਵਡਿਆਈ ਹੈ। ਪੁੱਤਰਾਂ ਧੀਆਂ ਦੇ ਵਿੱਚ ਰਹਿੰਦੇ ਅਸੀਂ ਮੁਕਤ ਹੋ ਸਕਦੇ ਹਾਂ, ਪਰ ਕਦੋਂ? ਜਦੋਂ ਸੁਰਤ ਸਤਿਗੁਰੂ ਜੀ ਨਾਲ ਜੁੜੀ ਹੋਏਗੀ। ਤਾਂ ਹੀ ਤੇ ਆਖਿਆ ਹੈ ਨਾ, ਕਹੋ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਸੋ ਭਾਈ ਬਾਣੀ ਨਾਲ ਜੁੜੀਏ, ਜੋ ਸਤਿਗੁਰੂ ਜੀ ਸਾਨੂੰ ਕਰਨ ਵਾਸਤੇ ਆਖਦੇ ਨੇ, ਜਿੰਨੇ ਸਵਾਸ ਮਿਲੇ ਨੇ ਸਫਲਾ ਕਰਕੇ ਜਾਈਏ। ਨਾਲ ਇਹ ਵੀ ਬੇਨਤੀ ਕਰਦੀ ਮੈਂ, ਸਮਾਪਤੀ 'ਤੇ ਸਮਾਂ ਹੋ ਗਿਆ, ਜੋ ਕਿ ਬੜੀ ਜ਼ਰੂਰੀ ਹੈ। ਆਪਾਂ ਜਾਣਦੇ ਹਾਂ ਜੋ ਸਾਡੇ ਸਮਾਜ ਦੇ ਵਿੱਚ ਅੱਜ ਸਾਡੇ ਦੇਸ਼ ਦੇ ਹਾਲਾਤ ਨੇ, ਜਿਹੜੇ ਕਿਵੇਂ ਸਾਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਸਵਾਸ ਤੇ ਆਪਾਂ ਨੂੰ ਜਿੰਨੇ ਮਿਲੇ ਨੇ ਪਰਮਾਤਮਾ ਜੀ ਵੱਲੋਂ ਬਖਸ਼ੇ ਨੇ, ਇੰਨੇ ਤੇ ਆਉਣੇ ਹੀ ਆਉਣੇ ਨੇ, ਕੋਈ ਘਟਾ ਵਧਾ ਨਹੀਂ ਸਕਦਾ। ਹੁਣ ਆਪਾਂ ਇਹ ਨਿਸ਼ਚਾ ਕਰ ਲਈਏ, ਦ੍ਰਿੜਤਾ ਕਰ ਲਈਏ ਕਿ ਅਸੀਂ ਜਿੰਨਾ ਸਮਾਂ ਵੀ ਜਿਉਣਾ ਹੈ ਨਾ, ਅਣਖ ਨਾਲ ਜਿਉਣਾ ਹੈ। ਜਿਉਣਾ ਅਣਖ ਦੇ ਨਾਲ ਹੈ ਤੇ ਮਰਨਾ ਧਰਮ ਦੇ ਨਾਲ ਹੈ। ਆਪਣੇ ਹੱਕਾਂ ਦੇ ਲਈ ਅਸੀਂ ਲੜਨਾ ਹੈ। ਜੋ ਸਾਡੇ ਤੋਂ ਸਾਡੇ ਹੱਕ ਖੋਏ ਜਾ ਰਹੇ ਨੇ, ਸਤਿਗੁਰੂ ਜੀ ਤਾਂ ਇੱਥੋਂ ਤੱਕ ਵੀ ਸਮਝਾਉਂਦੇ ਨੇ। ਬਾਣੀ ਆਵਾਜ਼ ਮਾਰ ਕੇ ਆਖਦੀ ਆ,
दुनिया दे विच जदों किसी नूं प्यास लगी हुंदी है ना, वो अपनी प्यास पानी नाल मिटा लैंदा है। किसी नूं प्यास लगी होवे, पानी नाल प्यास मिटाई जा सकदी है। कई बार किसी नूं प्यास लगी है, उहदे कोल जूस है, वो जूस पी के प्यास मिटा लैंदा है। किसी नूं प्यास लगी, कई दुध पी के अपनी प्यास नूं मिटा लैंदे ने। पर ऐसे राजे भी दुनिया च ने ਜਿਹੜੇ अपनी प्यास नूं लोकां दा खून पी के बुझाउंदे ने। खून पीता जा रहा है मनुखता दा। इदां दे राजे भी दुनिया विच हैगे ने जिहड़े लहू पी रहे ने। रत पीने राजे सिरे उपर रखी है। सतगुरु जी ने एवें नहीं कि उस समय भी सी ते हुण भी ने। ਜਿਹੜੇ ਲੋਕਾਂ ਦਾ खून पी रहे ने, खून चूसिया जा रहा है भी इत्थे पेट्रोल दे रेट वधा दो, हजे भी बचे ने बिजली दे रेट चक दिओ, हजे भी बचा है इन्हां दा, इन्हां दी फसलां तो इन्हां दे हक ही खोलो। दिल्ली दे विच किवें किसान वीर सर्दी विच जाके बैठे सी, हुण अत दी गर्मी आ गई। कल ही 6 महीने होए आ ना ये मोर्चा लगे नूं, हजे तक किसी नतीजे ते नहीं पहुँच रही सरकार। किवें लहू पीता जा रहा है लोगों का, मनुखता का। सो आपां सचेत होइए जी, अपने हक्कां दी खातर लड़ीए। ते नाल ही ये जिहड़ी करोना बीमारी कह के सानू पाड़न की कोशिश की जा रही है। जे ये वाकई बीमारी है, आपां इन्हां नूं पुछीए भी चलो ठीक है, तुसीं कहने हो बीमारी है, मौत दर ते जिन्नी पहलां सी हुण भी उन्नी होई है। चलो जे तुसी कहने हो भी बीमारी है, स्कूल तुसी बंद कर दिते, जिमां तुसी बंद कर दित्तियां, फिर ठेके क्यों खोले ने कि ठेकियां ते करोना नहीं फैलदा। सो सचेत होइए, इन्हां चालां तो बचीए। ये होर भी चालां खेडणगे। ये मोर्चे नूं खत्म करन दे लई, साडी एकता नूं खत्म करन दे लई, ये साडे नाल जो जातां पातां दे आधार ते राजनीति करनगे। कहंदे आ ना हुण दलित असीं इत्थे मुख मंत्री बना दांगे जी पाड़न दे लई। इन्हां नूं पुछो जिहड़ा तुसीं राष्ट्रपति दलित समाज विचों बनाया सी, ओहदी किन्नी क मनदे हो तुसीं? ਉਹ ਰਾਸ਼ਟਰਪਤੀ ਤੁਹਾਡੇ ਸਾਹਮਣੇ ਹੱਥ ਜੋੜੀ ਖੜਾ ਹੁੰਦਾ ਵਿਚਾਰਾ। ਕਿੰਨਾ ਕੁ ਤੁਸੀਂ ਯੂਪੀ ਬਿਹਾਰ ਦੇ ਵਿੱਚ ਤਰੱਕੀਆਂ ਕਰਵਾ ਦਿੱਤੀਆਂ। ਤੁਸੀਂ ਦਲਿਤ ਸਮਾਜ ਵਿੱਚੋਂ ਹੀ ਲਿਆ ਹੀ ਨਾ ਰਾਸ਼ਟਰਪਤੀ, ਫਿਰ ਕਿਉਂ ਨਹੀਂ ਉਹਦੀ ਮੰਨ ਰਹੇ? ਦੋ ਸਤਿਕਾਰ ਉਹਨੂੰ ਬਣਦਾ। ਸੋ ਇਹ ਪਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਸਾਨ ਮਜ਼ਦੂਰ ਏਕਤਾ ਨੂੰ। ਸੋ ਆਪਾਂ ਏਕਾ ਬਣਾ ਕੇ ਰੱਖੀਏ ਜੀ। ਜੇ ਆਪਾਂ ਅੱਜ ਨਾ ਲੜੇ ਫਿਰ ਤੇ ਜਿਉਂਦੀ ਲਾਸ਼ਾਂ। ਇੱਕ ਤਾਂ ਉਹ ਦਿਨ ਆਉਣੇ ਜਦੋਂ ਸਵਾਸ ਪੂਰੇ ਹੋ ਗਏ। ਜੇ ਅੱਜ ਅਸੀਂ ਆਪਣੇ ਹੱਕਾਂ ਲਈ ਨਾ ਬੋਲੇ, ਜਿਉਂਦੇ ਲਾਸ਼ਾਂ ਬਣ ਜਾਵਾਂਗੇ। ਆਉਣ ਵਾਲੀਆਂ ਪੀੜ੍ਹੀਆਂ ਨੇ ਕਦੇ ਸਾਨੂੰ ਮਾफ़ ਨਹੀਂ ਕਰਨਾ। ਉਹ ਪੁੱਛਣਗੀਆਂ ਜਦੋਂ ਇਹ ਕਾਲੇ ਕਾਨੂੰਨ ਲਾਗੂ ਹੋਏ ਸੀ ਤੁਸੀਂ ਵਿਰੋਧ ਕਿਉਂ ਨਾ ਕੀਤਾ। ਸੋ ਜਿਹੜੇ ਖੂਨ ਪੀਣੇ ਰਾਜੇ ਨੇ ਇਹਨਾਂ ਦਾ ਵਿਰੋਧ ਕਰੀਏ ਜੀ, ਤਾਂ ਜੋ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕੀਏ। ਇੱਕੋ ਗੱਲ ਧਿਆਨ 'ਚ ਰੱਖੀਏ, ਜਿਉਣਾ ਅਣਖ ਨਾਲ ਤੇ ਮਰਨਾ ਧਰਮ ਨਾਲ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਾਰੀ ਸੰਗਤ ਦਾ ਧੰਨਵਾਦ, ਬਹੁਤ ਪਿਆਰ ਨਾਲ ਸੁਣਿਆ। ਸਤਿਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਗੋਦ 'ਚ ਬਿਠਾ ਕੇ ਵਿਚਾਰਾਂ ਕਰਵਾਈਆਂ ਨੇ। ਪਰਿਵਾਰਕ ਮੈਂਬਰਾਂ ਦਾ ਵੀ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਮਾਤਾ ਹਰਬੰਸ ਕੌਰ ਜੀ ਦੀ, ਆਪਣੇ ਪਰਿਵਾਰਕ ਮੈਂਬਰ ਦੀ ਅੰਤਮ ਅਰਦਾਸ 'ਤੇ ਇੱਛਾ ਪ੍ਰਗਟਾਈ ਕਿ ਅਸੀਂ ਬਾਬੇ ਦੀ ਬਾਣੀ ਨੂੰ ਸੁਣਨਾ ਚਾਹੁੰਦੇ ਹਾਂ। ਬਹੁਤ ਚੰਗੀ ਗੱਲ ਹੈ। ਇਹਦਾ ਘਰ ਘਰ ਦੇ ਵਿੱਚ ਭਾਵੇਂ ਕੋਈ ਵੀ ਆਪਾਂ ਪ੍ਰੋਗਰਾਮ ਕਰਨਾ ਹੈ, ਚਾਹੇ ਬੱਚੇ ਦਾ ਆਨੰਦ ਕਾਰਜ ਹੈ, ਚਾਹੇ ਘਰ ਵਿੱਚ ਬੱਚੇ ਦਾ ਜਨਮ ਹੋਇਆ, ਚਾਹੇ ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਜੇ ਆਪਾਂ ਗੁਰੂ ਦੀ ਬਾਣੀ ਨੂੰ ਲੈ ਕੇ ਆਵਾਂਗੇ ਨਾ। ਧੰਨ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਮੇਰਾ ਸੁਪਨਾ ਏ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋਆ। ਉਹ ਜਗ੍ਹਾ ਹੀ ਸੱਚਖੰਡ ਬਣ ਜਾਂਦੀ ਆ, ਵਿਕੁੰਠ ਬਣ ਜਾਂਦੀ ਹੈ, ਜਿੱਥੇ ਸੱਤ ਸੰਗੀ ਆ ਕੇ ਬਹਿ ਜਾਂਦੇ ਨੇ। ਸੋ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਧੰਨਵਾਦ। ਜਿੰਨੇ ਵੀ ਮਾਤਾ ਜੀ ਦੇ ਰਿਸ਼ਤੇਦਾਰ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ। ਗ੍ਰੰਥੀ ਵੀਰਾਂ ਦਾ ਵੀ ਧੰਨਵਾਦ ਹੈ। ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਤਿਗੁਰੂ ਜੀ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਗੁਰੂ ਬਾਬਾ ਜੀ ਵਿਛੜੀ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰਕ ਮੈਂਬਰਾਂ ਨੂੰ, ਰਿਸ਼ਤੇਦਾਰਾਂ ਨੂੰ
ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨ। ਆਓ ਜੀ ਹੁਣ ਸਭ ਨੇ ਹਾਜ਼ਰੀ ਲਵਾਉਣੀ। ਆਨੰਦ ਸਾਹਿਬ 6 ਪੌੜੀਆਂ ਪੜ੍ਹ ਸਮਾਪਤੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਮਨ ਵਜੀਆਂ ਬਧਾਈਆਂ। ਰਾਗ ਰਤਨ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਮਨ ਜਿਨੀ ਵਸਾਇਆ। ਕਹਿ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਦੁਖ ਸਭ ਵਿਸਾਰਨਾ ਅੰਗੀ। ਕਾਰਜ ਸਭ ਸਵਾਰਨਾ ਸਭਨਾ ਗੱਲਾਂ। ਸੋ ਕਿਉ ਮਨੋ ਵਿਸਾਰੇ। ਕਹਿ ਸਦਾ ਰਹੋ ਹਰ ਨਾਲੇ। ਸਾਚੇ ਕਿਆ ਨਹੀਂ ਕਰ ਤੇਰੇ। ਘਰ ਤਾਂ ਜਿਸ ਦੇਹ ਸੋ ਪਾਵੇ। ਸਦਾ ਸਿਫਤ ਨਾਮ ਮਨ ਵਸਾਵੇ। ਨਾਮ ਬਾਜੇ ਸ਼ਬਦ ਕਨੇਰੇ। ਕਹਿ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਜਿਸ ਦੀਆਂ ਇਹ ਵਡਿਆਈਆਂ। ਕਹਿ ਸ਼ਬਦ ਤਰੋ ਪਿਆਰਿਓ। ਸਾਚਾ ਨਾਮ ਮੇਰਾ ਆਧਾਰੋ। ਬਾਜੇ ਕਾਰਸ ਪਾਗੈ ਸ਼ਬਦ ਵਾਜੇ। ਕਲਾ ਜਿਤ ਕਰ ਤਾਰੀਆ। ਪੰਜ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ। ਸੇ ਨਾਮ ਹਰਿ ਕੈ ਲਾਗੇ। ਕਹਿ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ। ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਸੂਰੇ। ਦੁਖ ਰੋਗ ਸੁਣੀ ਸੱਚੀ ਬਾਣੀ। ਸੰਤ ਸਾਜਨ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਸੁਣਤੇ ਪਨੀਤ ਕਹਿਤੇ ਪਵਿੱਤ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੋਂ